पई अकाल की, कब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आद गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਨ ਹੈ 19 ਹਾੜ ਸੰਮਤ 554 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 3 ਜੁਲਾਈ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਗੁਰੂ ਗਰੀਬਨ ਬਾਜ, ਗੁਰੂ
गरीबन वाज, गुरु गरीबन वाज, गरीबन वाज। प्रभु से लाग रहा मेरा चीत, प्रभु से लाग रहा मेरा चीत, प्रभु से लाग रहा मेरा चीत। प्रभु से लाग रहा मेरा चीत, आद्यंती प्रभु सदा सहाई। आद्यंती प्रभु सदा सहाई, कन हमारा मीत, प्रभु से लाग रहा मेरा चीत, प्रभु से लाग रहा मेरा चीत, प्रभु से लाग रहा मेरा चीत। मेरा प्रभु से लाग रहो मेरा चीत, प्रभु से लाग रहो मेरा चीत। औखी कड़ी ना देखण गई,
मन बिलास पाए साहिब के मन बिलास मन
ਅੰਤ ਪ੍ਰਭ ਸਦਾ ਸਹਾਈ, ਆਦਿ ਅੰਤ ਪ੍ਰਭ ਸਦਾ ਸਹਾਈ। ਤਨ ਹਮਾਰਾ ਮੀਤ, ਤਨ ਹਮਾਰਾ ਮੀਤ, ਪ੍ਰਭ ਸਿਓ ਲਾਗ ਰਹੋ ਮੇਰਾ ਚੀਤ, ਪ੍ਰਭ ਸਿਓ ਲਾਗ, ਪ੍ਰਭ ਸਿਓ ਲਾਗ, ਪ੍ਰਭ ਸਿਓ ਲਾਗ ਰਹੋ ਮੇਰਾ ਚੀਤ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਰੈਣ ਦਿਨਸ ਜਪੋ ਹਰਿ ਨਾਉ, ਆਗੇ ਦਰਗਹ ਪਾਵੋ ਥਾਉ। ਸਦਾ ਆਨੰਦ ਨਾ ਹੋਵੀ ਸੋਗ, ਕਬਹੂ ਨਾ ਵਿਆਪੈ ਹਉਮੈ ਰੋਗ। ਰੈਣ ਦਿਨਸ ਜਪੋ ਹਰਿ ਨਾਉ, ਆਗੇ ਦਰਗਹ ਪਾਵੋ ਥਾਉ। ਸਦਾ ਆਨੰਦ ਨਾ ਹੋਵੀ ਸੋਗ, ਕਬਹੂ ਨਾ ਵਿਆਪੈ ਹਉਮੈ ਰੋਗ। ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ, ਬਿਸਮਨ ਬਿਸਮ ਪਏ ਬਿਸਮਾਦਾ। ਪਰਮ ਗਤ ਪਾਵਹਿ ਹਰਿ ਸਿਮਰ ਪਰਾਨੀ। ਰਹਾਉ ਗਨ ਮਿਨ ਦੇਖੋ ਸਗਲ ਵਿਚਾਰ, ਨਾਮ ਬਿਨਾ ਕੋ ਸਕੈ ਨਾ ਤਾਰ। ਸਗਲ ਉਪਾਵ ਨਾ ਚੱਲਹਿ ਸੰਗ, ਭਵ ਜਲ ਤਰੀਐ ਪ੍ਰਭ ਕੈ ਰੰਗ। ਦੇਹੀ ਤੋਏ ਨਾ ਉਤਰੈ ਮੈਲ, ਹਉਮੈ ਵਿਆਪੈ ਦੁਬਿਧਾ ਫੈਲ। ਹਰਿ ਹਰਿ ਔਖਦ ਜੋ
ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ। ਕਰ ਕਿਰਪਾ ਪਾਰ ਬ੍ਰਹਮ ਦਇਆਲ ਮਨ ਤੇ ਕਬਹੁ ਨਾ ਬਿਸਰ ਗੋਪਾਲ। ਤੇਰੇ ਦਾਸ ਕੀ ਹੋਵਾ ਧੂਰ ਨਾਨਕ ਕੀ ਪ੍ਰਭ ਸ਼ਰਦਾ ਪੂਰ। ਕਰ ਕਿਰਪਾ ਪਾਰ ਬ੍ਰਹਮ ਦਇਆਲ ਮਨ ਤੇ ਕਬਹੁ ਨਾ ਬਿਸਰ ਗੋਪਾਲ। ਤੇਰੇ ਦਾਸ ਕੀ ਹੋਵਾ ਧੂਰ ਨਾਨਕ ਕੀ ਪ੍ਰਭ ਸ਼ਰਦਾ ਪੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਪੰਜਵਾ। ਰੈਣ ਦਿਨਸ ਜਪਉ ਹਰਿ ਨਾਉ ਆਗੈ ਦਰਗਹਿ ਪਾਵਉ ਥਾਉ। ਸਦਾ ਆਨੰਦ ਨਾ ਹੋਵੀ ਸੋਗ ਕਬਹੂ ਨਾ ਵਿਆਪੈ ਹਉਮੈ ਰੋਗ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕੀਤੀ ਹੈ। ਅੱਜ ਦਾ ਹੁਕਮਨਾਮਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਰਾਮ ਕਲੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 893 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਰਾਮ ਕਲੀ ਮਹੱਲਾ ਪੰਜਵਾ। ਹੇ ਪ੍ਰਭੂ ਕਿਰਪਾ ਕਰ, ਮੈਂ ਦਿਨ ਰਾਤ ਹਰੀ ਨਾਮ ਜਪਦਾ ਰਹਾਂ ਤੇ ਇਸ ਤਰ੍ਹਾਂ ਪਰਲੋਕ ਦੇ ਵਿੱਚ ਤੇਰੀ ਹਜ਼ੂਰੀ ਦੇ ਵਿੱਚ ਥਾਂ ਪ੍ਰਾਪਤ ਕਰ ਲਵਾਂ। ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ, ਕਦੇ ਉਸ ਨੂੰ ਚਿੰਤਾ ਨਹੀਂ ਵਾਪਰਦੀ। ਹਉਮੈ ਦਾ ਰੋਗ ਕਦੇ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਹੇ ਸੰਤ ਜਨੋ, ਸਦਾ ਪਰਮਾਤਮਾ ਦੀ ਖੋਜ ਕਰਦੇ ਰਹੋ। ਹੇ ਪ੍ਰਾਣੀ, ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੋ। ਸਿਮਰਨ ਦੀ ਬਰਕਤ ਦੇ ਨਾਲ ਬੜੀ ਹੀ ਹੈਰਾਨੀ ਕਰਨ ਵਾਲੀ ਅਸਚਰਜ ਆਤਮਿਕ ਅਵਸਥਾ ਬਣ ਜਾਏਗੀ। ਤੂੰ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਏਗਾ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਸੰਤ ਜਨੋ, ਸਾਰੇ ਗੌਰ ਦੇ ਨਾਲ ਚੰਗੀ ਤਰ੍ਹਾਂ ਵੇਖ ਕੇ ਵਿਚਾਰ ਲਵੋ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦਾ। ਨਾਮ ਤੋਂ ਬਿਨਾਂ ਸਾਰੇ ਹੀ ਹੀਲੇ ਮਨੁੱਖ ਦੇ ਨਹੀਂ ਜਾਂਦੇ, ਭਾਵ ਕਿ ਸਹਾਇਤਾ ਨਹੀਂ ਕਰਦੇ। ਪ੍ਰਭੂ ਦੇ ਪ੍ਰੇਮ ਰੰਗ ਦੇ ਵਿੱਚ ਰਿਹਾ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਹੇ ਸੰਤ ਜਨੋ,
ਤੀਰਥ ਆਦਿਕ ਤੇ ਸਰੀਰ ਨੂੰ ਧੋਤਿਆਂ ਮਨ ਦੀ ਵਿਕਾਰਾਂ ਵਾਲੀ ਮੈਲ ਦੂਰ ਨਹੀਂ ਹੁੰਦੀ, ਸਗੋਂ ਇਹ ਹਉਮੈ ਆਪਣਾ ਦਬਾਅ ਪਾ ਲੈਂਦੀ ਹੈ ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰ ਆਇਆ ਹਾਂ। ਮਨੁੱਖ ਦੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਦਾ ਪਸਾਰਾ ਪਸਰ ਜਾਂਦਾ ਹੈ, ਭਾਵ ਕਿ ਮਨੁੱਖ ਪਖੰਡੀ ਹੋ ਜਾਂਦਾ ਹੈ। ਹੇ ਸੰਤ ਜਨੋ, ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੀ ਦਵਾਈ ਖਾਂਦਾ ਹੈ, ਉਸ ਦਾ ਸਾਰਾ ਮਾਨਸਿਕ ਰੋਗ ਦੂਰ ਹੋ ਜਾਂਦਾ ਹੈ। ਹੇ ਪਾਰ ਬ੍ਰਹਮ, ਹੇ ਦਇਆ ਦੇ ਘਰ, ਮੇਰੇ ਉੱਤੇ ਕਿਰਪਾ ਕਰ। ਹੇ ਗੋਪਾਲ, ਤੂੰ ਮੇਰੇ ਮਨ ਤੋਂ ਕਦੇ ਵੀ ਨਾ ਵਿਸਰ। ਹੇ ਪ੍ਰਭੂ, ਮੈਂ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਬਣਿਆ ਰਹਾ। ਨਾਨਕ ਦੀ ਇਹ ਤਾਂਘ ਪੂਰੀ ਕਰ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। जैसे कौआ कोकिला है दोनों खग श्याम तन, जैसे कौआ कोकिला है दोनों खग श्याम तन, बूझिए अशुभ शुभ शब्द सुपाखिए, बूझिए अशुभ शुभ शब्द सुपाखिए। जैसे कौआ कोकिला है दोनों खग श्याम तन, जैसे कौआ कोकिला है दोनों खग श्याम तन, बूझिए अशुभ शुभ शब्द सुपाखिए, बूझिए अशुभ शुभ शब्द सुपाखिए। जैसे चूनो खांड श्वेत एक से दिखाई दे, जैसे चूनो खांड श्वेत एक से दिखाई दे, खाइए तो स्वाद रस रसना कह जाखिए, खाइए तो स्वाद रस रसना कह जाखिए। जैसे कौआ कोकिला है दोनों खग श्याम तन, जैसे कौआ कोकिला है दोनों खग श्याम तन, बूझिए अशुभ शुभ शब्द सुपाखिए, बूझिए अशुभ शुभ शब्द सुपाखिए। जैसे पीत बरन ही है मगर पितर है, जैसे पीत बरन ही है मगर पितर है, जानिए महत पार खद अगर राखिए, जानिए महत पार खद अगर राखिए। जैसे कौआ कोकिला है दोनों खग श्याम तन, जैसे कौआ कोकिला है दोनों खग श्याम तन, बूझिए अशुभ शुभ शब्द सुपाखिए, बूझिए अशुभ शुभ शब्द सुपाखिए। जैसे कौआ कोकिला है दोनों खग श्याम तन, जैसे कौआ कोकिला है दोनों खग श्याम तन, बूझिए अशुभ शुभ शब्द सुपाखिए, बूझिए अशुभ शुभ शब्द सुपाखिए। तैसे ही असाध साध चैन को समान हो,
तैसे ही असाध साध चैन को समान हो। करणी करतूत लाग लक्षण कैलाचिय। करणी करतूत लाग लक्षण कैलाचिय। जैसे कौआ कोकिला है दोनों खग श्याम तन। जैसे कौआ कोकिला है दोनों खग श्याम तन। बूझिए अशुभ शुभ शब्द सुपाखिए। बूझिए अशुभ शुभ शब्द सुपाखिए। जैसे कौआ कोकिला है दोनों खग श्याम तन। जैसे कौआ कोकिला है दोनों खग श्याम तन। बूझिए अशुभ शुभ शब्द सुपाखिए। बूझिए अशुभ शुभ शब्द सुपाखिए। तैसे ही असाध साध चैन को समान होत। तैसे ही असाध साध चैन को समान होत। करणी करतूत लाग लक्षण कैलाचिय। करणी करतूत लाग लक्षण कैलाचिय। जैसे कौआ कोकिला है दोनों खग श्याम तन। जैसे कौआ कोकिला है दोनों खग श्याम तन। बूझिए अशुभ शुभ शब्द सुपाखिए। बूझिए अशुभ शुभ शब्द सुपाखिए। जैसे कौआ कोकिला है दोनों खग श्याम तन। जैसे कौआ कोकिला है दोनों खग श्याम तन। बूझिए अशुभ शुभ शब्द सुपाखिए। 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 वाਹਿਗੁਰੂ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਰਾਮਕਲੀ 5th ਮਹਿਲ। Night and day I chant the Lord's name. Hereafter I shall obtain a seat in the court of the Lord. I am in bliss forever. I have no sorrow. The disease of ego never afflicts me. O saints of the Lord, seek out those who know God. You shall be wonderstruck with wonder at the wonderful Lord. Meditate in remembrance on the Lord, O mortal, and obtain the supreme status. Pause. Calculating, measuring, and thinking in every way, see that without the Naam, no one can be carried across. Of all your efforts, none will go along with you. You can cross over the terrifying world ocean only through the love of God. By merely washing the body, one's filth is not removed. Afflicted by egotism, duality only increases. That humble being who takes the medicine of the name of the Lord Har Har, all his diseases are eradicated. Take pity on me, O merciful, supreme Lord God. Let me never forget the Lord of the world from my mind. Let me be the dust of the feet of your slaves.
O God, please fulfill Nanak Sahib। ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। तुद आवत मेरा मन तन हरिया, हर जस तुम संग गावना। तुद आवत मेरा मन तन हरिया, हर जस तुम संग गावना। आओ जी तुम आओ हमारे, हर जस श्रवण सुनावना। हर जस श्रवण सुनावना। संत कृपा ते हृदय वासै, दूजा पाओ मिटावना। भगत दया ते बुध प्रगासै, दुर्मत दुख जावना। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। दर्शन पेटत होत पुनीता, पुनरुत गर्भ न पावना। नौ निद रिद सिद्ध पाई, जो तुम रे मन पावना। आओ जी तुम आओ हमारे, हर जस सुनावना। हर जस श्रवण सुनावना। संत बिना मैं थाऊ न कोई, अवर न सूझे जावना। मोह निर्गुण को कोई न राखे, संता संग सुमावना। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। कहु नानक गुर चलत दिखाया, मन मध्य हर हर रावना। कहु नानक गुर चलत दिखाया, मन मध्य हर हर रावना। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। तुद आवत मेरा मन तन हरिया, हर जस तुम संग गावना। तुद आवत मेरा
जस तुम संग गावना। आओ जी तुम आओ हमारे, हर जस श्रवण सुनावना। आओ जी तुम आओ हमारे, हर जस श्रवण सुनावना। ਹਾਂਜੀ, ਇਹ ਸਨ ਭਾਈ ਬਖਸ਼ੀਸ਼ ਸਿੰਘ ਜੀ ਰਾਗੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਜਿਵੇਂ ਕਿ ਸਾਡੇ ਸਰੋਤੇ ਜਾਣਦੇ ਨੇ ਕਿ ਪਿਛਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਅਸੀਂ ਜਿਹੜਾ ਇੱਕ ਵਿਸ਼ਾ ਸ਼ੁਰੂ ਕੀਤਾ ਹੈ ਬਹੁਤ ਲੰਬਾ, ਸਿੱਖ ਮਾਸ ਕਿਉਂ ਖਾਵੇ, ਸਿੱਖ ਸਿਧਾਂਤ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੀ ਲਿਖੀ ਹੋਈ ਕਿਤਾਬ ਦੇ ਵਿੱਚੋਂ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਿਸ਼ੇ ਨੂੰ ਅੱਜ ਅਸੀਂ ਕਨਕਲੂਡ ਕਰ ਸਕੀਏ ਤੇ ਇਸੇ ਕਰਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਥੋੜਾ ਜਿਹਾ ਮੈਟਰ ਰਹਿੰਦਾ ਹੈ ਇਸ ਵਿਸ਼ੇ ਬਾਰੇ ਉਹ ਆਪ ਜੀ ਦੇ ਨਾਲ ਅੱਜ ਸਾਂਝਾ ਕਰ ਲਿਆ ਜਾਵੇ। ਤੇ ਅਗਲਾ ਜਿਹੜਾ ਸ਼ੀਰਸ਼ਕ ਦਿੰਦੇ ਨੇ ਬਾਬਾ ਜੀ, ਉਹ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਦੇ ਸ਼ਿਕਾਰ ਖੇਡਣ ਦੇ ਇਲਾਹੀ ਚੋਜ। ਸੋ ਇਹ ਵੀ ਇੱਕ ਵੱਡਾ ਸਵਾਲ ਖੜਾ ਕੀਤਾ ਜਾਂਦਾ ਹੈ ਕਿ ਜੇ ਗੁਰੂ ਸਾਹਿਬਾਨ ਨਹੀਂ ਸੀ ਮਾਸ ਨਹੀਂ ਸੀ ਖਾਂਦੇ ਤੇ ਸ਼ਿਕਾਰ ਖੇਡਣ ਦਾ ਕੀ ਉਹਦੇ ਵਿੱਚ ਮਕਸਦ ਸੀ। ਤੇ ਆਓ ਇਸ ਜਿਹੜਾ ਹੈ ਲੇਖ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਬਾਰੇ। ਲੇਖਕ ਲਿਖਦਾ ਹੈ ਕਿ ਸਿੱਖ ਦਾ ਫਰਜ਼ ਹੈ ਕਿ ਉਹ ਗੁਰੂ ਨੂੰ ਅਕਾਲ ਪੁਰਖ ਦੀ ਜੋਤ ਸਮਝ ਕੇ ਉਸ ਦੇ ਉਪਦੇਸ਼ ਦੇ ਵਿੱਚ ਆਪਣਾ ਜੀਵਨ ਢਾਲੇ ਤੇ ਉਸ ਦਾ ਹੁਕਮ ਸਤ ਕਰ ਮਾਨੇ। ਗੁਰਬਾਣੀ ਦੇ ਵਿੱਚ ਫਰਮਾਨ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਵੀ ਅਕਾਲ ਪੁਰਖ ਕਰ ਰਿਹਾ ਹੈ ਉਸ ਦੀ ਰਜਾ ਵਿੱਚ ਰਹਿਣਾ ਹੀ ਸਿੱਖੀ ਹੈ ਤੇ ਉਹ ਹੀ ਸਿੱਖ ਗੁਰਮੁਖ ਹੈ। ਮਨਮੁਖ ਤਾਂ ਅਕਾਲ ਪੁਰਖ ਦੀ ਰਜਾ ਤੇ ਉਸ ਦੀ ਇਲਾਹੀ ਕਾਰਜਾਂ ਤੇ ਨੁਕਤਾਚੀਨੀ ਤੇ ਗਿਲੇ ਸ਼ਿਕਵੇ ਹੀ ਕਰਦਾ ਰਹਿੰਦਾ ਹੈ। ਸਿੱਖ ਗੁਰੂ ਦਾ ਬਚਨ ਤੇ ਹੁਕਮ ਮੰਨਦਾ ਹੈ ਤੇ ਉਸ ਦੇ ਪਹਿਰਾਵੇ, ਕੌਤਕ ਤੇ ਚੋਜ ਤੇ ਕਰਨੀ ਵੱਲ ਵੇਖ ਕੇ ਸ਼ੰਕਾ ਨਹੀਂ ਕਰਦਾ। ਪਾਵਨ ਗੁਰਬਾਣੀ ਦਾ ਆਦੇਸ਼ ਹੈ, ਹੇ ਮਨੁੱਖ, ਗੁਰੂ ਸਾਹਿਬਾਨ ਨੇ ਜੋ ਉਪਦੇਸ਼ ਦਿੱਤਾ ਹੈ ਤੂੰ ਉਸ ਦੀ ਕਮਾਈ ਕਰ। ਗੁਰੂ ਦੀ ਕਰਨੀ, ਕੌਤਕ ਤੇ ਚੋਜਾਂ ਵੱਲ ਨਾ ਵੇਖ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 933। ਭਾਈ ਗੁਰਬਚਨ ਸਿੰਘ ਤਾਲਬ ਤੇ ਡਾਕਟਰ ਜੋਧ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੁਆਰਾ ਛਾਪੇ ਗਏ ਗੁਰਬਾਣੀ ਟੀਕੇ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਹੇ ਮਨੁੱਖ, ਗੁਰੂ ਜੋ ਕੁਝ ਕਰ ਰਿਹਾ ਹੈ, ਜੋ ਕੁਝ ਕਹਿ ਰਿਹਾ ਹੈ ਉਹ ਕਰ ਤੇ ਗੁਰੂ ਦੀ ਕਰਨੀ ਵੱਲ ਵੇਖ ਕੇ ਉਸ ਦੀ ਨੁਕਤਾਚੀਨੀ ਨਾ ਕਰ। ਸਿੱਖ ਦੀ ਪ੍ਰੀਖਿਆ ਲਈ ਜੇ ਗੁਰੂ ਕੋਈ ਚੋਜ ਕਰੇ ਤਾਂ ਸਿੱਖ ਨੂੰ ਚਾਹੀਦਾ ਹੈ ਕਿ ਉਹ ਗੁਰੂ ਉੱਪਰ ਆਪਣਾ ਨਿਸ਼ਚਾ ਜਿਉਂਦਾ ਤਿਉਂ ਰੱਖੇ, ਅਰਥਾਤ ਸਿੱਖੀ ਸਿਦਕ ਵਿੱਚ ਅਡੋਲ ਰਹੇ। ਭਾਈ ਗੁਰਦਾਸ ਜੀ ਦੀ ਵਾਰ 35ਵੀਂ ਦੀ 20ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਮਨੁੱਖਾਂ ਦੀ ਦੁਨਿਆਵੀ ਦ੍ਰਿਸ਼ਟੀ ਵਿੱਚ ਇੱਕ ਪੰਜ ਭੂਤਕ ਸਰੀਰ ਹੀ ਹੈ, ਪਰੰਤੂ ਗੁਰਮੁਖਾਂ ਦੀ ਇਲਾਹੀ ਦ੍ਰਿਸ਼ਟੀ ਦੇ ਵਿੱਚ ਉਹ ਨਿਰੰਕਾਰ ਅਕਾਲ ਪੁਰਖ ਹੋ ਕੇ ਸਾਰੇ ਸੰਸਾਰ ਦੀ ਉਤਪਤੀ ਤੇ ਪਾਲਣਾ ਕਰਦਾ ਹੈ। ਇਹ ਦ੍ਰਿੜ ਕਰਨਾ ਜ਼ਰੂਰੀ ਹੈ ਕਿ ਜਿਸ ਵਿੱਚ ਜੀਵਾਂ ਨੂੰ ਪੈਦਾ ਕਰਨ ਦੀ ਸ਼ਕਤੀ ਹੁੰਦੀ ਹੈ, ਉਹ ਹੀ ਉਹਨਾਂ ਨੂੰ ਖੈ ਕਰਨ ਦਾ ਭਾਵ ਕੇ ਮਾਰਨ ਦਾ ਅਧਿਕਾਰ ਰੱਖਦਾ ਹੈ। ਗੁਰਬਾਣੀ ਦਾ ਫਰਮਾਨ ਹੈ ਕਿ ਗੁਰੂ ਆਪ ਹੀ ਨਾਰਾਇਣ ਰੂਪ ਹੈ, ਜੋ ਆਪਣੀ ਸੱਤਿਆ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 1395। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 273। ਅੱਜ ਦੇ ਮਾਇਆ ਵਿੱਚ ਗ੍ਰਸਤ ਮਨੁੱਖ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਗੁਰੂ
ਸਾਹਿਬ ਨੂੰ ਆਪਣੀਆਂ ਮਾਇਕੀ ਅੱਖਾਂ ਦੇ ਨਾਲ ਨਹੀਂ ਸਮਝ ਪਾਉਂਦੇ ਅਤੇ ਗੁਰੂ ਸਾਹਿਬ ਦੇ ਇਲਾਹੀ ਚੋਜਾਂ ਬਾਰੇ ਸ਼ੰਕੇ ਕਰਦੇ ਨੇ। ਅਕਾਲ ਪੁਰਖ ਵੱਲੋਂ ਨਿਯਮ ਤਾਂ ਇਹ ਹੈ ਕਿ ਅਧਿਆਤਮਕ ਤੌਰ ਤੇ ਜਿੰਨਾ ਕੋਈ ਸਿੱਖ ਉੱਚਾ ਹੋਵੇਗਾ ਓਨਾ ਹੀ ਉਹ ਗੁਰਮਤ ਦ੍ਰਿਸ਼ਟੀ ਦੇ ਨਾਲ ਗੁਰੂ ਸਾਹਿਬਾਨ ਦੇ ਚੋਜ ਪਛਾਣ ਸਕੇਗਾ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਅਕਾਲ ਪੁਰਖ ਵਰਗਾ ਉੱਚਾ ਜੇ ਕੋਈ ਹੋਵੇ ਤਾਂ ਹੀ ਉਹ ਅਕਾਲ ਪੁਰਖ ਵਰਗੇ ਉੱਚੇ ਨੂੰ ਜਾਣ ਸਕੇਗਾ। ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 5। ਬ੍ਰਹਮ ਗਿਆਨੀ ਦੇ ਸਰੂਪ ਨੂੰ ਕੇਵਲ ਬ੍ਰਹਮ ਗਿਆਨੀ ਹੀ ਸਮਝ ਸਕਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 273। ਇਹ ਸਪਸ਼ਟ ਹੈ ਕਿ ਪਰਮ ਇਲਾਹੀ ਜੋਤ ਗੁਰੂ ਸਾਹਿਬਾਨ ਦੇ ਇਲਾਹੀ ਕੌਤਕ ਤੇ ਸ਼ਿਕਾਰ ਖੇਡਣ ਦੇ ਇਲਾਹੀ ਚੋਜਾਂ ਨੂੰ ਕੇਵਲ ਆਤਮਦਰਸ਼ੀ ਹੀ ਸਮਝ ਸਕਦਾ ਹੈ। ਗੁਰੂ ਸਾਹਿਬ ਦੇ ਇਹਨਾਂ ਚੋਜਾਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਅਧਿਆਤਮਕ ਤੌਰ ਤੇ ਕਿੱਥੇ ਖੜੇ ਹਾਂ ਤੇ ਕੀ ਅਸੀਂ ਇਸ ਦ੍ਰਿਸ਼ਟੀ ਤੇ ਸਮਰੱਥਾ ਰੱਖਦੇ ਹਾਂ ਕਿ ਗੁਰੂ ਸਾਹਿਬ ਦੇ ਚੋਜਾਂ ਨੂੰ ਆਪਣੀ ਬੁੱਧੀ ਨਾਲ ਜਾਣ ਸਕੀਏ। ਇਸ ਕਰਕੇ ਜਿੰਨੇ ਇਤਿਹਾਸਕਾਰ ਤੇ ਖੋਜੀ ਹਨ ਉਹਨਾਂ ਨੂੰ ਅਧਿਆਤਮਕ ਮਾਰਗ ਦਾ ਇਹ ਦ੍ਰਿਸ਼ਟੀਕੋਣ ਸਾਹਮਣੇ ਰੱਖ ਕੇ ਹੀ ਆਪਣੀ ਬੁੱਧੀ ਅਨੁਸਾਰ ਗੁਰੂ ਸਾਹਿਬਾਨ ਦੇ ਕੌਤਕਾਂ ਦਾ ਵਰਣਨ ਕਰਨਾ ਚਾਹੀਦਾ ਹੈ, ਤਾਂ ਹੀ ਉਹ ਠੀਕ ਢੰਗ ਨਾਲ ਇਸ ਨੂੰ ਬਿਆਨ ਕਰ ਸਕਣਗੇ। ਆਓ ਹੁਣ ਵਿਚਾਰੀਏ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਰਾਏ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਿਕਾਰ ਦੂਸਰੇ ਰਾਜੇ ਮਹਾਰਾਜੇ ਨਵਾਬਾਂ ਜਾਂ ਦੁਨਿਆਵੀ ਮਨੁੱਖਾਂ ਵਾਂਗ ਹੀ ਖੇਡਦੇ ਸਨ। ਕਿ ਇਹਨਾਂ ਦਾ ਮੰਤਵ ਹੰਕਾਰੀ ਸ਼ਕਤੀ ਦਿਖਾਉਣਾ ਜਾਂ ਜੀਵ ਦੇ ਰਸਾਂ ਕਸਾਂ ਵਾਸਤੇ ਜਾਨਵਰ ਨੂੰ ਮਾਰ ਕੇ ਖਾਣਾ ਸੀ? ਗੁਰੂ ਸਾਹਿਬ ਜੋ ਕੁਝ ਕਰਦੇ ਸਨ ਉਹ ਇਲਾਹੀ ਹੁਕਮ ਦੇ ਵਿੱਚ ਪਰਉਪਕਾਰ ਤੇ ਭਲੇ ਵਾਸਤੇ ਹੀ ਕਰਦੇ ਸਨ, ਜਿਸ ਦਾ ਅਨੁਭਵ ਇੱਕ ਆਤਮਦਰਸ਼ੀ ਪੁਰਸ਼ ਹੀ ਕਰ ਸਕਦਾ ਹੈ। ਸਧਾਰਨ ਪੁਰਸ਼ ਦੀ ਤਾਂ ਸੋਚ ਅਤੇ ਬੁੱਧੀ ਉੱਥੋਂ ਤੱਕ ਪਹੁੰਚ ਨਹੀਂ ਸਕਦੀ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਵਿੱਚ ਨਹੀਂ ਪੈਣਾ ਚਾਹੀਦਾ। ਜੇ ਮੰਨ ਵੀ ਲਿਆ ਜਾਵੇ ਕਿ ਗੁਰੂ ਜੀ ਸ਼ਿਕਾਰ ਖੇਡ ਕੇ ਖਾਂਦੇ ਸਨ ਤਾਂ ਅਸੀਂ ਕੀ ਉਸ ਅਵਸਥਾ ਤੱਕ ਪਹੁੰਚ ਸਕਦੇ ਹਾਂ? ਸਤਿਗੁਰ ਮੇਰਾ ਮਾਰ ਜੀਵਾਲੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 1142। ਭਾਵ ਕਿ ਸਤਿਗੁਰੂ ਤਾਂ ਅਕਾਲ ਪੁਰਖ ਰੂਪ ਹੈ ਅਤੇ ਮਾਰ ਕੇ ਜਿਉਣ ਦੀ ਸ਼ਕਤੀ ਰੱਖਦਾ ਹੈ। ਇਤਿਹਾਸ ਦੇ ਵਿੱਚ ਕਿਧਰੇ ਵੀ ਜ਼ਿਕਰ ਨਹੀਂ ਆਉਂਦਾ ਕਿ ਗੁਰੂ ਸਾਹਿਬ ਮਾਸ ਦਾ ਸੇਵਨ ਕਰਦੇ ਹੋਣ। ਜੇ ਕਿਸੇ ਸੱਜਣ ਨੇ ਇਸ ਪ੍ਰਥਾਏ ਕੋਈ ਸਾਖੀ ਲਿਖੀ ਹੈ ਤਾਂ ਉਹ ਉਸ ਦੀ ਮਨ ਘੜਤ ਕਲਪਨਾ ਹੋ ਸਕਦੀ ਹੈ, ਕਿਉਂਕਿ ਉਹ ਆਪ ਮਾਸ ਸੇਵਨ ਕਰਦਾ ਹੋਵੇਗਾ। ਇਤਿਹਾਸ ਦੇ ਵਿੱਚ ਬਹੁਤ ਸਾਖੀਆਂ ਹੁੰਦੀਆਂ ਨੇ ਜਿੱਥੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ ਰਲ ਕੇ ਸ਼ੇਰ ਤੇ ਹੋਰ ਖੂੰਖਾਰ ਜੀਵਾਂ ਦਾ ਸ਼ਿਕਾਰ ਕਰਕੇ ਸਿੱਖਾਂ ਨੂੰ ਯੁੱਧ ਅਭਿਆਸ ਕਰਵਾਇਆ। ਕਈ ਵਾਰ ਗੁਰੂ ਸਾਹਿਬ ਨੇ ਛੋਟੇ ਜਾਨਵਰਾਂ, ਤਿੱਤਰ, ਬਟੇਰੇ, ਸੱਪ, ਸੂਰ ਤੇ ਖਰਗੋਸ਼ ਆਦਿ ਮਾਰੇ, ਜਿਨ੍ਹਾਂ ਪਿੱਛੇ ਗੁਰੂ ਸਾਹਿਬ ਦਾ ਆਸ਼ਾ ਇਹਨਾਂ ਨੂੰ ਮਾਰ ਕੇ ਇਹਨਾਂ ਦੇ ਪ੍ਰਾਤਨ ਜਨਮਾਂ ਅਨੁਸਾਰ ਇਹਨਾਂ ਦਾ ਨਿਸਤਾਰਾ ਕਰਨਾ ਸੀ। ਜਿਵੇਂ ਕਿ ਸਿਆਲਕੋਟ ਦਾ ਮੂਲਾ ਖੱਤਰੀ ਜੋ ਆਪਣੀ ਇਸਤਰੀ ਦੇ ਆਖੇ ਲੱਗ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬੇਮੁਖ ਹੋ ਕੇ ਗੋਹਿਆਂ ਦੇ ਕੋਠੇ ਦੇ ਵਿੱਚ ਲੁਕ ਗਿਆ ਤੇ ਗੁਰੂ ਸਾਹਿਬ ਨੇ ਮੂਲੇ ਖੱਤਰੀ ਦਾ ਆਧਾਰ ਕਰਨ ਹਿੱਤ ਉਸ ਦੇ ਘਰ ਦੇ ਬੂਹੇ ਤੇ ਜਾ ਕੇ 3 ਵਾਰੀ ਆਵਾਜ਼ ਮਾਰੀ, ਪਰ ਤਿੰਨੋਂ ਵਾਰੀ ਉਸ ਦੀ ਇਸਤਰੀ ਨੇ ਮੂਲਾ ਹੈ ਨਹੀਂ ਕਹਿ ਕੇ ਜਵਾਬ ਦਿੱਤਾ। ਸਤਿਗੁਰੂ ਜੀ ਤਾਂ ਮੁੜ ਆਏ, ਪਰ ਕਰਤਾਰ ਦਾ ਭਾਣਾ ਮੂਲਾ ਸੱਪ ਦਾ ਡੰਗ ਮਾਰਨ ਤੇ ਮਰ ਗਿਆ। ਭਾਣਾ ਵਰਤਦਾ ਵੇਖ ਕੇ ਉਸ ਦੀ ਇਸਤਰੀ ਤੇ ਆਂਢੀ ਗੁਆਂਢੀਆਂ ਨੇ ਰੋਣਾ ਪਿੱਟਣਾ ਸ਼ੁਰੂ ਕੀਤਾ ਅਤੇ ਮੂਲੇ ਦੀ ਲਾਸ਼ ਨੂੰ ਗੁਰੂ ਸਾਹਿਬ ਅੱਗੇ ਲਿਆ ਰੱਖਿਆ। ਭੁੱਲ ਮੰਨੀ ਤੇ ਮੂਲੇ ਤੇ ਕਿਰਪਾ ਕਰਨ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਬਚਨ ਕੀਤਾ, ਹੁਣ ਤਾਂ ਕੁਝ ਨਹੀਂ ਕਰ ਸਕਦੇ, ਪਰ ਅਗਲੇ ਜਨਮ ਵਿੱਚ ਜਦੋਂ ਖਰਗੋਸ਼ ਬਣੇਗਾ ਤਾਂ ਅਸੀਂ ਆਪਣੇ 10ਵੇਂ ਜਾਮੇ ਵਿੱਚ ਇਸ ਦਾ ਆਧਾਰ ਕਰ ਦਿਆਂਗੇ। ਹੋਇਆ ਵੀ ਇਸੇ ਤਰ੍ਹਾਂ ਹੀ ਠੀਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਦੇੜ, ਹਜੂਰ ਸਾਹਿਬ ਬਾਹਰ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਣ ਗਏ ਤੇ ਅੱਗੋਂ ਇੱਕ ਖਰਗੋਸ਼ ਨਿਕਲ ਕੇ ਦੌੜ ਪਿਆ। ਗੁਰੂ ਸਾਹਿਬ ਨੇ ਉਸ ਦੇ ਪਿੱਛੇ ਘੋੜਾ ਦੜਾਇਆ ਤੇ ਤੀਰ ਮਾਰ ਕੇ ਉਸ ਦੀ ਗਤੀ ਕੀਤੀ। ਫਿਰ ਅਦਬ ਦੇ ਨਾਲ ਉਸ ਦਾ ਸੰਸਕਾਰ ਕੀਤਾ, ਜਿੱਥੇ ਗੁਰਦੁਆਰਾ ਸ਼ਿਕਾਰ ਘਾਟ ਸੁਸ਼ੋਭਿਤ ਹੈ।
ਇਸੇ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਵੀ ਸ਼ਿਕਾਰ ਦੇ ਚੋਜ ਨਿਰਾਲੇ ਸਨ। ਗੁਰੂ ਸਾਹਿਬ ਜੰਗਲ ਦੇ ਵਿੱਚੋਂ ਬਿਮਾਰ ਤੇ ਦੁਖੀ ਜਾਨਵਰਾਂ ਨੂੰ ਫੜਦੇ, ਉਹਨਾਂ ਦਾ ਇਲਾਜ ਕਰਦੇ ਤੇ ਵਾਪਸ ਜੰਗਲ ਦੇ ਵਿੱਚ ਛੱਡ ਦਿਆ ਕਰਦੇ। ਗੁਰੂ ਸਾਹਿਬ ਦੇ ਕੌਤਕ ਤਾਂ ਆਪ ਨਿਰੰਕਾਰ ਦੇ ਕੌਤਕ ਸਨ। ਅਸਲ ਗੱਲ ਤਾਂ ਇਹ ਹੈ ਕਿ ਸਾਡੀ ਤ੍ਰਿਸ਼ਨਾਲੂ ਰਸਾਂ ਕਸ਼ਾਂ ਦੀ ਬਿਰਤੀ ਹੋਣ ਕਰਕੇ ਸਾਡਾ ਜੀਵ ਦੇ ਚਸਕੇ ਵਿੱਚ ਪੈ ਕੇ ਮਾਸ ਖਾਣ ਨੂੰ ਜੀ ਕਰਦਾ ਹੈ। ਅਸੀਂ ਇਸ ਕਮਜ਼ੋਰੀ ਨੂੰ ਛੁਪਾਉਣ ਵਾਸਤੇ ਗੁਰੂ ਸਾਹਿਬ ਦੇ ਸ਼ਿਕਾਰ ਖੇਡਣ ਦੀਆਂ ਸਾਖੀਆਂ ਪੜ੍ਹਦੇ, ਸੁਣਾਉਂਦੇ ਤੇ ਸੁਣਦੇ ਹਾਂ ਤੇ ਉਹਨਾਂ ਦਾ ਕਈ ਵਾਰੀ ਸਹਾਰਾ ਵੀ ਲੈ ਲੈਂਦੇ ਹਾਂ। ਸੋ ਇਹ ਤੁਸੀਂ ਸ਼ਿਕਾਰ ਖੇਡਣ ਬਾਰੇ ਜਿਹੜੀ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਗੁਰੂ ਸਾਹਿਬ ਜਿਹੜਾ ਹੈ ਉਹਨਾਂ ਦਾ ਜਿਹੜੇ ਚੋਜ ਸਨ, ਜਾਂ ਜੋ ਵੀ ਅਸੀਂ ਦੇਖਦੇ ਹਾਂ, ਜ਼ਰੂਰੀ ਗੱਲ ਨਹੀਂ ਕਿ ਉਹਦਾ ਮੰਤਵ ਉਹੀ ਹੋਵੇ, ਕਿਉਂਕਿ ਅਸੀਂ ਅਧਿਆਤਮਕ ਤੌਰ ਤੇ ਉੱਥੇ ਤੱਕ ਨਹੀਂ ਪਹੁੰਚੇ ਹੁੰਦੇ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸਾਧੂ ਸਿੰਘ ਜੀ ਰਾਗੀ ਨੇ। शरण तेरी रख ले हो मेरी, शरण तेरी रख ले हो मेरी, सरब में निरंजना, सरब में निरंजना।
सुनत पेकत संग सबके प्रभ नेर होते मेरे प्रभ नेर होते मेरे अरदास नानक सुन स्वामी अरदास नानक सुन स्वामी रख ले वो घर के चेरे रख ले वो घर के चेरे स्वामी मेरा स्वामी मेरा सुनो बेनंतिया स्वामी मेरा स्वामी मेरा कोटि अपराध भरे कोटि अपराध भरे भी तेरे चेरा स्वामी मेरा स्वामी मेरा सुनो बेनंतिया स्वामी मेरा स्वामी मेरा स्वामी मेरा ਹਾਂਜੀ, ਇਹ ਸਨ ਭਾਈ ਸਾਧੂ ਸਿੰਘ ਜੀ ਰਾਗੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਸ਼ਬਦ ਤੋਂ ਪਹਿਲੇ ਅਸੀਂ ਜਿਹੜਾ ਵਿਚਾਰਾਂ ਸ਼ੁਰੂ ਕੀਤੀਆਂ ਨੇ, ਜਿਹੜੀ ਲੜੀ ਦੇ ਵਿੱਚ ਸਿੱਖ ਮਾਸ ਕਿਉਂ ਖਾਵੇ ਦੇ ਵਿੱਚ, ਤੇ ਉਸ ਨੂੰ ਹੀ ਅੱਗੇ ਵਧਾਉਂਦੇ ਹਾਂ। ਅਗਲਾ ਜਿਹੜਾ ਹੈ ਸਬ ਹੈਡਿੰਗ ਉਹਨਾਂ ਨੇ ਦਿੱਤਾ ਹੈ, ਮਾਸ ਖਾਣ ਦੇ ਨਾਲ ਵੀਰਤਾ ਨਹੀਂ ਉਪਜਦੀ। ਆਪ ਲਿਖਦੇ ਨੇ ਕਿ ਮਾਸ ਖਾਣ ਵਾਲਿਆਂ ਦੀ ਇਹ ਦਲੀਲ ਹੈ ਕਿ ਇਸ ਦੇ ਸੇਵਨ ਦੇ ਨਾਲ ਵਿਅਕਤੀ ਬਹਾਦਰ ਹੋ ਜਾਂਦਾ ਹੈ। ਬਹਾਦਰੀ ਦਾ ਰਿਸ਼ਤਾ ਸਰੀਰਕ ਤਾਕਤ ਦੇ ਨਾਲ ਨਹੀਂ, ਸਗੋਂ ਕਿ ਪ੍ਰਭੂ ਦਾ ਸਿਮਰਨ ਕਰਕੇ ਅਧਿਆਤਮਕ ਅਵਸਥਾ ਪ੍ਰਾਪਤ ਕਰਨ ਨਾਲ ਹੈ। ਇਸ ਨਾਲ ਉਸ ਨੂੰ ਮੌਤ ਦਾ ਡਰ ਹਟ ਜਾਂਦਾ ਹੈ ਤੇ ਉਹ ਪ੍ਰਭੂ ਦੀ ਟੇਕ ਲੈ ਕੇ ਬਹਾਦਰੀ ਦੇ ਨਾਲ ਵਿਸ਼ੇ ਵਿਕਾਰਾਂ ਤੇ ਦੁਸ਼ਮਣ ਦਾ ਮੁਕਾਬਲਾ ਕਰ ਸਕਦਾ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਸ ਮਨੁੱਖ ਦੇ ਅੰਦਰ ਨਾਮ ਦਾ ਨਿਵਾਸ ਹੈ, ਉਸ ਦੇ ਵਿੱਚ ਕਰੋੜਾਂ ਹੀ ਸੈਨਾ ਜਿੰਨੀ ਸ਼ਕਤੀ ਆ ਜਾਂਦੀ ਹੈ। ਸਤਿਗੁਰੂ ਜੀ 1155 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਰਮਾਉਂਦੇ ਨੇ, ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ। ਸਿੱਖ ਜਗਤ ਦੇ ਵਿੱਚ ਜਦੋਂ ਚੜ੍ਹਦੀ ਕਲਾ ਵਾਲਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਸ ਦੇ ਪਿੱਛੇ ਵੀ ਭਾਵਨਾ ਅੰਤਰ ਆਤਮੇ ਦੀ ਹੁੰਦੀ ਹੈ, ਨਾ ਕਿ ਸਰੀਰਕ। ਪੁਰਾਤਨ ਗੁਰਸਿੱਖਾਂ ਦੇ ਵਿੱਚ ਆਖਰਾਂ ਦੀ ਸ਼ਕਤੀ, ਦਲੇਰੀ ਤੇ ਪੰਥ ਲਈ ਕੁਰਬਾਨੀ ਕਰਨ ਦੀ ਭਾਵਨਾ ਅਤੇ ਸ਼ਹੀਦੀਆਂ ਪਾ ਜਾਣ ਦੀ ਆਤਮਕ ਬਲਵਾਨਤਾ ਕੇਵਲ ਇਸ ਲਈ ਹੀ ਪ੍ਰਬਲ ਸੀ ਕਿ ਉਹ ਮਾਸ, ਸ਼ਰਾਬ ਤੇ ਹੋਰ ਅਪੱਖ ਵਸਤੂਆਂ ਦੇ ਸੇਵਨ ਤੋਂ ਪੂਰੀ ਤਰ੍ਹਾਂ ਬਚ ਕੇ ਰਹਿੰਦੇ ਸਨ। ਇਸੇ ਕਰਕੇ ਉਹ ਕੇਵਲ ਸਰੀਰਕ ਤੇ ਮਾਨਸਿਕ ਤੌਰ ਤੇ ਬਲਵਾਨ ਨਹੀਂ ਸਨ, ਸਗੋਂ ਉਹ ਬਚਨਾਂ ਦੇ ਵੀ ਸੂਰੇ ਸਨ ਤੇ ਆਚਰਣ ਦੇ ਵੀ ਮਹਾਬਲੀ ਹੁੰਦੇ ਸਨ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਇਸ ਜਗਤ ਵਿੱਚ ਉਹੀ ਮਨੁੱਖ ਸੂਰਮਾ ਆਖਿਆ ਜਾ ਸਕਦਾ ਹੈ ਜਿਸ ਅੰਦਰ ਪ੍ਰਭੂ ਪਿਆਰ ਪੈਦਾ ਹੋਇਆ ਹੋਵੇ। ਪੂਰੇ ਗੁਰੂ ਦੀ ਮਿਹਰ ਦੁਆਰਾ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਤੇ ਸਾਰੀ ਸ੍ਰਿਸ਼ਟੀ ਉਸ ਦੇ ਵੱਸ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 679 ਤੇ ਫਰਮਾਉਂਦੇ ਨੇ ਸਤਿਗੁਰੂ,
ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੇ ਸਗਲ ਵਸ ਤਾਂ ਕੈ, ਜਾ ਕਾ ਸਤਿਗੁਰ ਪੂਰਾ। ਪੁਰਾਤਨ ਗੁਰਸਿੱਖਾਂ ਦੇ ਵਿੱਚ ਅਪਰੋਤਕ ਗੁਣਾਂ ਦੇ ਨਾਲ ਪ੍ਰਭੂ ਵੱਲੋਂ ਬਖਸ਼ੀ ਹੋਈ ਇਲਾਹੀ ਸ਼ਕਤੀ ਦੇ ਕਾਰਨ ਹੀ ਲੋਕਾਈ ਦੇ ਵਿੱਚ ਇਹ ਪ੍ਰਚਲਿਤ ਹੋਇਆ ਕਿ ਸਵਾ ਲਾਖ ਸੇ ਏਕ ਲੜਾਊਂ। ਸਿੱਖ ਇਤਿਹਾਸ ਦੇ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਨੇ, ਜਦੋਂ ਸਿੱਖਾਂ ਨੇ ਕਈ ਦਿਨ ਭੁੱਖਿਆਂ ਰਹਿਣ ਤੋਂ ਬਾਅਦ ਵੀ ਦੁਸ਼ਮਣ ਦੀਆਂ ਫੌਜਾਂ ਜੋ ਕਿ ਮਾਸ ਤੇ ਹੀ ਪਲਦੀਆਂ ਸਨ, ਉਹਨਾਂ ਨੂੰ ਭਾਰੀ ਹਾਰ ਦਿੱਤੀ। ਮਾਸ ਖਾਣ ਦੇ ਨਾਲ ਵਿਸ਼ੇ ਵਿਕਾਰ ਉਪਜਦੇ ਨੇ, ਇਸੇ ਕਾਰਨ ਇਨਸਾਨ ਦਾ ਸਰੀਰ ਤੇ ਮਨੋਬਲ ਦੋਵੇਂ ਕਮਜ਼ੋਰ ਹੁੰਦੇ ਜਾਂਦੇ ਨੇ। ਉਸ ਦੇ ਆਪਣੇ ਅੰਦਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਮੁਕਾਬਲਾ ਉਸਨੇ ਕੀ ਕਰਨਾ ਹੈ। ਉਸ ਨੂੰ ਤਾਂ ਮੌਤ ਦਾ ਇੰਨਾ ਡਰ ਪੈ ਜਾਂਦਾ ਹੈ ਕਿ ਉਹ ਕਿਸੇ ਨਾਲ ਜੂਝ ਹੀ ਨਹੀਂ ਸਕਦਾ। ਜੋ ਵੀ ਵਿਅਕਤੀ ਕੁਟੁੰਬ, ਕੌਮ ਜਾਂ ਮੁਲਕ ਰਸਾਂ ਕਸਾਂ ਦੇ ਸੁਆਦਾਂ ਤੇ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਆਰਾਮ ਪ੍ਰਸਤ ਹੋ ਗਿਆ, ਉਸ ਦਾ ਪਤਨ ਭਾਵ ਕਿ ਉਸ ਦੀ ਗਿਰਾਵਟ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਦੂਜੇ ਜਰਵਾਣੇ ਉਸ ਤੇ ਕਾਬੂ ਪਾ ਲੈਂਦੇ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਵੀਰਤਾ ਤੇ ਉਹਨਾਂ ਦੇ ਦੁਸ਼ਮਣਾਂ ਦੇ ਵਿੱਚ ਪ੍ਰਸਿੱਧ ਕਰ ਦਿੱਤਾ ਸੀ ਕਿ ਕੇਵਲ 7 ਸਾਲਾਂ ਦੀਆਂ ਜਿੱਤਾਂ ਕਾਰਨ ਬਾਬਾ ਜੀ ਦੇ ਨਾਂ ਉਹਨਾਂ ਦੇ ਦੁਸ਼ਮਣਾਂ ਦੇ ਦਿਲ ਦਹਿਲ ਜਾਂਦੇ ਸਨ। ਬਾਬਾ ਜੀ ਉਹਨਾਂ ਦੀ ਪੂਰੀ ਤਰ੍ਹਾਂ ਫੌਜ ਸ਼ਾਕਾਹਾਰੀ ਸੀ। ਸਿੱਖ ਜਗਤ ਦੇ ਵਿੱਚ ਜਿੰਨੇ ਵੀ ਆਤਮਦਰਸ਼ੀ ਮਹਾਂਪੁਰਖ ਗੁਰਮੁਖ ਅਤੇ ਗੁਰਸਿੱਖ ਹੋਏ ਨੇ, ਉਹਨਾਂ ਨੇ ਆਪ ਮਾਸ ਦਾ ਸੇਵਨ ਨਹੀਂ ਕੀਤਾ ਤੇ ਦੂਸਰਿਆਂ ਨੂੰ ਵੀ ਇਸ ਦੇ ਸੇਵਨ ਤੋਂ ਵਰਜਿਆ ਹੈ। ਉਹਨਾਂ ਵਿੱਚੋਂ ਕੁਝ ਕੁ ਉਦਾਹਰਨ ਇਸ ਪ੍ਰਕਾਰ ਹਨ, ਜਿਵੇਂ ਕਿ ਭਾਈ ਨੰਦ ਲਾਲ ਜੀ ਪਿਆਰੇ, 5 ਪਿਆਰੇ, ਭਾਈ ਕਨਈਆ ਜੀ ਮਾਫ ਕਰਨਾ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਮਹਿਤਾਬ ਸਿੰਘ ਜੀ, ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਖੁਦਾ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਵਾਲੇ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਰਾਮ ਸਿੰਘ ਜੀ ਨਾਮਧਾਰੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਨੌਸ਼ਹਿਰੇ ਵਾਲੇ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ, ਬਾਬਾ ਸੁੰਦਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ ਵਾਲੇ। ਇਹਨਾਂ ਸਾਰੇ ਮਹਾਂਪੁਰਸ਼ਾਂ ਦੀਆਂ ਸੰਪਰਦਾਵਾਂ ਮਾਸ ਦਾ ਸੇਵਨ ਨਹੀਂ ਸੀ ਕਰਦੀਆਂ ਤੇ ਹੁਣ ਵੀ ਨਹੀਂ ਕਰਦੀਆਂ। ਬਾਬਾ ਸ਼੍ਰੀ ਚੰਦ ਸਪੁੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ, ਬਾਬਾ ਗੁਰਦਿੱਤਾ ਜੀ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਦੀਆਂ ਉਦਾਸੀ ਸੰਪਰਦਾਵਾਂ ਮਾਸ ਦਾ ਸੇਵਨ ਨਹੀਂ ਕਰਦੀਆਂ। ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਨਿਰਮਲੇ ਸਿੰਘ ਤੇ ਉਹਨਾਂ ਦੀਆਂ ਸੰਪਰਦਾਵਾਂ ਵੀ ਮਾਸ ਦਾ ਸੇਵਨ ਨਹੀਂ ਕਰਦੀਆਂ। ਸੋ ਉਹਨਾਂ ਨੇ ਦੱਸਿਆ ਕਿ ਕਿਵੇਂ ਇਹ ਜਿਹੜੇ ਮਹਾਂਪੁਰਖ ਨੇ, ਅਸੀਂ ਇਹਨਾਂ ਨੂੰ ਜਿਨ੍ਹਾਂ ਦੇ ਨਾਂ ਸੁਣਦੇ ਹਾਂ ਕਥਾ ਦੇ ਵਿੱਚ, ਤੇ ਇਤਿਹਾਸਕਾਰ ਸਾਨੂੰ ਦੱਸਦੇ ਨੇ ਕਿ ਕਿਵੇਂ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਉਹ ਸਾਰੇ ਮਾਸ ਦਾ ਸੇਵਨ ਨਹੀਂ ਸੀ ਕਰਦੇ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਮੇਰੇ ਸਾਹਿਬਾ, ਮੇਰੇ ਸਾਹਿਬਾ, ਮੇਰੇ ਸਾਹਿਬਾ, ਮੇਰੇ ਸਾਹਿਬਾ, ਤੇਰੇ ਚੋਜ ਵਿਡਾਣਾ, ਤੇਰੇ ਚੋਜ ਵਿਡਾਣਾ, ਜਲ ਤਲ ਮਈਲ ਪਰਪੁਰ ਲੀਨਾ, ਜਲ ਤਲ ਮਈਲ ਪਰਪੁਰ ਲੀਨਾ,
आपे सर्ब समाना। मेरे साहिबा, मेरे साहिबा, मेरे साहिबा, मेरे साहिबा। पुड़ धरती पुड़ पानी आसन, चार कुंट चुबारा। सगल पवन की मूरत एका, मुख तेरे टकसाला। तेरे टकसाला। मेरे साहिबा, मेरे साहिबा, मेरे साहिबा, मेरे साहिबा। जय जय देखा तैं जोत तुम्हारी, तेरा रूप कन्हा। एकत रूप फिरे पर छिन्ना, कोई ना किस ही जेया। किस ही जेया। मेरे साहिबा, मेरे साहिबा, मेरे साहिबा, मेरे साहिबा। अंडज जे राज उत्पुज से ताज, तेरे कीते जनता। एक पुरब में तेरा देखिया, तू सबना माहिरवंता। सबना माहिरवंता। मेरे साहिबा, मेरे साहिबा, मेरे साहिबा, मेरे साहिबा। तेरे गुण बहुते मैं एक न जान्या, मैं मूर्ख किछ दीजै। प्रणवत नानक सुन मेरे साहिबा, डुबदा पत्थर लीजै। पत्थर लीजै। मेरे साहिबा, मेरे साहिबा, मेरे साहिबा, मेरे साहिबा। तेरे जोज बिडाना, तेरे जोज बिडाना। जल थल मैयल परपुर लीना, जल थल मैयल परपुर लीना। आपे सर्ब समाना। मेरे साहिबा, मेरे साहिबा, मेरे साहिबा,
ਸਾਹਿਬਾ ਮੇਰੇ ਸਾਹਿਬਾ ਮੇਰੇ ਸਾਹਿਬਾ। ਹਾਂਜੀ, ਹੁਣੇ ਅਸੀਂ ਇਹ ਸ਼ਬਦ ਸਰਵਣ ਕੀਤਾ ਜਿਸ ਨੂੰ ਗਾਇਨ ਕੀਤਾ ਸੀ ਭਾਈ ਤਰਲੋਚਨ ਸਿੰਘ ਜੀ ਇਰਾਗੀ ਜੀ ਨੇ, ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਆਓ ਚੱਲਦੇ ਹਾਂ, ਜਿਹੜੀਆਂ ਵਿਚਾਰਾਂ ਅਸੀਂ ਸ਼ੁਰੂ ਕੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਅਗਲਾ ਉਹਨਾਂ ਨੇ ਸਬ ਹੈਡਿੰਗ ਜਿਹੜਾ ਦਿੱਤਾ ਹੈ ਉਹ ਹੈ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਮਾਸ ਖਾਣ ਦੀ ਲੋੜ ਨਹੀਂ। ਆਮ ਇਹ ਜਿਹੜੀ ਹੈ ਵਿਚਾਰ ਹੁੰਦੀ ਹੈ ਕਿ ਕਈ ਤੱਤ ਜਿਹੜੇ ਨੇ ਮੀਟ ਦੇ ਵਿੱਚੋਂ ਮਿਲਦੇ ਨੇ ਤੇ ਜੇ ਤੁਸੀਂ ਮੀਟ ਨਹੀਂ ਖਾਓਗੇ ਤੇ ਤੁਸੀਂ ਉਹ ਫਿਰ ਉਹਦੇ ਨਾਲ ਤੁਹਾਨੂੰ ਜਿਹੜਾ ਹੈ ਨੁਕਸਾਨ ਹੋ ਸਕਦਾ ਹੈ, ਪਰ ਹਮੇਸ਼ਾ ਹੀ ਉਹਦਾ ਬਦਲ ਜਿਹੜਾ ਹੈ ਸ਼ਾਕਾਹਾਰੀ ਭੋਜਨ ਦੇ ਵਿੱਚ ਜ਼ਰੂਰ ਹੁੰਦਾ ਹੈ। ਤੁਸੀਂ ਕੋਈ ਹੋਰ ਚੀਜ਼ ਖਾ ਸਕਦੇ ਹੁੰਦੇ ਹਾਂ। ਤੇ ਆਪ ਲਿਖਦੇ ਨੇ ਕਿ ਇਨਸਾਨ ਵਾਸਤੇ ਕਈ ਪ੍ਰਕਾਰ ਦਾ ਸ਼ਾਕਾਹਾਰੀ ਤੇ ਪੌਸ਼ਟਿਕ ਆਹਾਰ ਪ੍ਰਮਾਤਮਾ ਨੇ ਉਪਲਬਧ ਕੀਤਾ ਹੈ, ਬਣਾਇਆ ਹੈ। ਇਸ ਕਰਕੇ ਮਾਸ ਖਾਣਾ ਕੁਦਰਤੀ ਨਿਯਮ ਦੇ ਵਿਰੁੱਧ ਹੈ। ਮਾਸਾਹਾਰੀ ਹੋਣ ਦੇ ਸਿਰਫ ਦੋ ਕਾਰਨ ਹੀ ਹੋ ਸਕਦੇ ਨੇ। ਪਹਿਲਾ ਇਹ ਕਿ ਕੋਈ ਹੋਰ ਖੁਰਾਕ ਨਾ ਮਿਲਣ ਦੀ ਮਜਬੂਰੀ, ਜਾਂ ਦੂਜਾ ਇਹ ਕਿ ਮਨੁੱਖ ਆਪਣੇ ਰਸਾਂ ਕਸਾਂ ਦੇ ਸੁਆਦਾਂ ਲਈ ਖਾਂਦਾ ਹੈ। ਸੱਚ ਤਾਂ ਇਹ ਹੈ ਕਿ ਸਾਡੇ ਜੀਵਨ ਦੀਆਂ ਰੋਜ਼ਮਰਰਾ ਦੀਆਂ ਜ਼ਰੂਰਤਾਂ ਸ਼ਾਕਾਹਾਰੀ ਭੋਜਨ ਨਾਲ ਹੀ ਬਹੁਤ ਚੰਗੀ ਤਰ੍ਹਾਂ ਪੂਰੀਆਂ ਹੋ ਜਾਂਦੀਆਂ ਨੇ। ਭਾਵੇਂ ਉਹ ਬੱਚਾ ਹੈ ਜਾਂ ਬਜ਼ੁਰਗ, ਮਾਸ ਦੇ ਸੇਵਨ ਦੀ ਕਿਸੇ ਨੂੰ ਵੀ ਕੋਈ ਮਜਬੂਰੀ ਨਹੀਂ। ਅੱਜ ਦੇ ਮਾਸਾਹਾਰੀ ਮਨੁੱਖ ਸੰਸਾਰ ਦੀ ਸੰਪੂਰਨ ਮਨੁੱਖਜਾਤੀ ਦਾ ਕੇਵਲ 6ਵਾਂ ਹਿੱਸਾ ਹੀ ਹਨ। ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਮਨੁੱਖ ਨੂੰ ਕਦੇ ਵੀ ਮਾਸ ਸੇਵਨ ਦੀ ਲੋੜ ਨਹੀਂ ਹੈ। ਵਿਚਾਰ ਕਰੀਏ ਤਾਂ ਬੜੇ ਅਸਚਰਜ ਨੁਕਤੇ ਸਾਹਮਣੇ ਆਉਂਦੇ ਨੇ ਜਿਹੜੇ ਕਿ ਉਹਨਾਂ ਨੇ ਇੱਥੇ ਲਿਖੇ ਨੇ। ਮਾਸਾਹਾਰੀ ਮਨੁੱਖ ਮਾਸ ਨੂੰ ਠੀਕ ਤਰ੍ਹਾਂ ਪਚਾ ਨਹੀਂ ਪਾਉਂਦੇ ਤੇ ਕਈ ਪ੍ਰਕਾਰ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਆਮ ਤੌਰ ਤੇ ਦਿਲ ਦੇ ਰੋਗ, ਕੈਂਸਰ, ਆਰਥਰਾਈਟਿਸ, ਜੋੜਾਂ ਦੇ ਦਰਦ, ਪਰੋਸਿਸ, ਰਕਤ ਦੋਸ਼, ਆਂਦਰਾਂ ਦੀ ਸੋਜਿਸ, ਗੁਰਦੇ ਤੇ ਫੇਫੜਿਆਂ ਦੇ ਰੋਗ ਆਦਿਕ ਬਿਮਾਰੀਆਂ ਮਾਸਾਹਾਰੀ ਜੀਵਾਂ ਨੂੰ ਵਧੇਰੇ ਜਲਦੀ ਘੇਰ ਲੈਂਦੀਆਂ ਨੇ। ਮਾਸਾਹਾਰੀ ਮਨੁੱਖਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਹਨਾਂ ਨੂੰ ਕੈਲਸ਼ੀਅਮ ਦੀ ਵੀ ਸਦਾ ਕਮੀ ਬਣੀ ਰਹਿੰਦੀ ਹੈ। ਜਾਨਵਰਾਂ ਦੀ ਚਰਬੀ ਦੇ ਵਿੱਚ ਕੈਸਟਰੋਲ ਨਾਮਕ ਇੱਕ ਜ਼ਹਿਰ ਹੁੰਦਾ ਹੈ ਜਿਹੜਾ ਕਿ ਦਿਲਾਂ ਦੇ ਰੋਗਾਂ ਦਾ ਵੱਡਾ ਕਾਰਨ ਹੈ। ਡਾਕਟਰੀ ਖੋਜ ਅਨੁਸਾਰ ਸ਼ਾਕਾਹਾਰੀ ਭੋਜਨ ਖਾਣ ਨਾਲ 97% ਤੱਕ ਨਾੜੀਆਂ ਦਾ ਜਾਮ ਹੋਣਾ ਰੋਕਿਆ ਜਾ ਸਕਦਾ ਹੈ। ਆਦਿ ਕਾਲ ਜਦੋਂ ਮਨੁੱਖਜਾਤੀ ਉਤਪੰਨ ਹੋਈ, ਫਲ ਫੁੱਲ ਅਤੇ ਬਨਸਪਤ ਮਨੁੱਖ ਦਾ ਮੂਲ ਆਹਾਰ ਰਿਹਾ ਹੈ। ਆਦਿ ਮਾਨਵ ਦੇ ਦੰਦਾਂ ਬਾਰੇ ਖੋਜ ਕਰਦਿਆਂ ਬਾਕਰ ਨਾਮ ਵਿਗਿਆਨਕ ਨੇ ਨਿਰਣਾ ਦਿੱਤਾ ਕਿ 40 ਲੱਖ ਸਾਲ ਪਹਿਲਾਂ ਪੁਰਾਣਾ ਮਨੁੱਖ ਵੀ ਫਲ ਫੁੱਲ ਤੇ ਬਨਸਪਤੀ ਰਾਹੀਂ ਹੀ ਆਪਣਾ ਜੀਵਨ ਨਿਰਵਾਹ ਕਰਦਾ ਸੀ। ਡਾਰਵਨ ਵਰਗਾ ਉੱਘਾ ਵਿਗਿਆਨਕ ਤੇ ਖੋਜਕਾਰ ਵੀ ਇਹ ਮੰਨਦਾ ਹੈ ਕਿ ਆਦਿ ਮਨੁੱਖ ਫਲ ਫੁੱਲ ਆਹਾਰੀ ਸੀ ਤੇ ਇਹੀ ਸਿਧਾਂਤ ਅੱਜ ਦੇ ਮਨੁੱਖ ਉੱਤੇ ਉਸੇ ਪ੍ਰਕਾਰ ਲਾਗੂ ਹੈ। ਡਾਕਟਰੀ ਖੋਜ ਮੁਤਾਬਕ ਵੀ ਪਤਾ ਚੱਲਦਾ ਹੈ ਕਿ ਸ਼ਾਕਾਹਾਰੀ ਭੋਜਨ ਆਸਾਨੀ ਨਾਲ ਹਾਜ਼ਮ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਬਿਮਾਰੀਆਂ ਘੱਟ ਲੱਗਦੀਆਂ ਨੇ। ਵਿਅਕਤੀ ਲੰਬਾ ਰਿਸ਼ਟ ਪੁਸ਼ਟ ਜੀਵਨ ਬਤੀਤ ਕਰਦਾ ਹੈ। ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ। ਦੰਦ ਮਜ਼ਬੂਤ ਰਹਿੰਦੇ ਨੇ ਜਿਸ ਕਰਕੇ ਡਾਕਟਰੀ ਖਰਚਾ ਵੀ ਘੱਟ ਹੁੰਦਾ ਹੈ। ਉਹਨਾਂ ਦਾ ਸਰੀਰ ਨਿਰਮਲ, ਨਰੋਆ ਤੇ ਪਵਿੱਤਰ ਹੋ ਜਾਂਦਾ ਹੈ। ਸੰਸਾਰ ਭਰ ਵਿੱਚ ਸਾਡੀ ਸਾਲਾਨਾ ਆਮਦਨ ਦਾ ਇੱਕ ਬਹੁਤ ਵੱਡਾ ਹਿੱਸਾ ਬਿਮਾਰੀਆਂ ਦੀ ਰੋਕਥਾਮ ਤੇ ਖਰਚ ਹੁੰਦਾ ਹੈ। ਇਹਨਾਂ ਵਿੱਚੋਂ ਬਹੁਤਾਤ ਬਿਮਾਰੀਆਂ ਦੀ ਰੋਕਥਾਮ ਸ਼ਾਕਾਹਾਰੀ ਭੋਜਨ ਦੇ ਸੇਵਨ ਦੇ ਨਾਲ ਕੀਤੀ ਜਾ ਸਕਦੀ ਹੈ। ਰਿਕਾਰਡ ਅਨੁਸਾਰ ਸੰਸਾਰ ਦੇ ਵਿੱਚ ਸਭ ਤੋਂ ਲੰਮੀਆਂ ਉਮਰਾਂ ਵਾਲੇ 7 ਵਿਅਕਤੀ ਸ਼ਾਕਾਹਾਰੀ ਸਨ ਤੇ ਆਪਣੀ ਲੰਮੀ ਉਮਰ ਦਾ ਰਾਜ ਸ਼ਾਕਾਹਾਰੀ ਖੁਰਾਕ ਹੀ ਦੱਸਦੇ ਨੇ, ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਨੇ ਕਿ ਮੇਲੇ ਟੋਜਾ, ਜਨਮ ਅਮਰੀਕਾ, ਉਮਰ 187 ਸਾਲ। ਪੀਟਰਸ ਜੋਰਟਨ, ਜਨਮ ਹੰਗਰੀ, ਉਮਰ 185 ਸਾਲ। ਹੈਨਰੀ ਜੋਨਕਿਨ, ਜਨਮ ਪਾਰਕਸਾਇਰ, ਉਮਰ 161 ਸਾਲ।
जोसेफ रीगटन जन्म इटली, उम्र 160 साल। थॉम्स पार जन्म इंग्लैंड, उम्र 152 साल। लेडी कैथराइन काउंटिन डेसमास, उम्र 146 साल। जोनाथन हारपोर्ट, उम्र 136 साल। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਨਸਾਨ ਨੂੰ ਰਿਸ਼ਟ-ਪੁਸ਼ਟ ਜੀਵਨ ਜੀਉਣ ਲਈ ਸ਼ਾਕਾਹਾਰੀ ਆਹਾਰ ਹੀ ਕਾਫੀ ਹੈ ਤੇ ਮਾਸ ਖਾ ਕੇ ਤਾਂ ਸਰੀਰ ਨੂੰ ਰੋਗੀ ਕਰਨ ਵਾਲੀ ਗੱਲ ਹੈ। ਸੋ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਇੱਕ ਹੋਰ ਛੋਟਾ ਜਿਹਾ ਜਿਹੜਾ ਹਿੱਸਾ ਇਸੇ ਵਿਸ਼ੇ ਤੇ ਰਹਿੰਦਾ ਹੈ ਉਹ ਆਪ ਦੇ ਨਾਲ ਸਾਂਝਾ ਕਰਾਂਗੇ। ਤੇ ਆਓ ਸੁਣਦੇ ਹਾਂ ਇਹ ਅਗਲਾ ਸ਼ਬਦ। चिम चिम बरसे अमृत धारा, चिम चिम बरसे अमृत धारा, चिम चिम बरसे मन पीवे सुन शब्द विचारा, मन पीवे सुन शब्द विचारा, अनंद विनोद करे दिन राती, सदा सदा हर केला जियो बरसे 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 चिम चिम बरसे अमृत धारा, चिम चिम बरसे। सब किछ घर में बार नागी, बार टोले सो परम पुलागी, सब किछ घर में बार नागी, बार टोले सो परम पुलागी, गुर प्रसादी जिनी अंतर पाया, सो अंतर बाहर सोहेला जियो बरसे 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 चिम चिम बरसे अमृत धारा, चिम चिम बरसे। जन्म जन्म का बिछड़िया मिलिया, साध कृपा ते सुकारिया, जन्म जन्म का बिछड़िया मिलिया, साध कृपा ते सुका हरिया, सुमत पाए
ਨਾਮ ਤੇਰਾ ਏ ਗੁਰਮੁਖ ਹੋਏ ਮੇਲਾ ਜੀਓ ਵਰਸੈ 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 चिम चिम बरसे अमृत धारा चिम चिम बरसे जल तरंग जियो जले समाया त्यो ज्योति संग ज्योत मिलाया जल तरंग जियो जले समाया त्यो ज्योति संग ज्योत मिलाया कौनानेक परम फटे किवाड़ा बोड़ न होए जोला जियो बरसे 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 चिम चिम बरसे अमृत धारा चिम चिम बरसे ਹਾਂਜੀ, ਇਹ ਸਨ ਭਾਈ ਗੋਪਾਲ ਸਿੰਘ ਜੀ ਰਾਗੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਲੇਖ ਦੇ ਜਿਹੜੀ ਹੈ ਸੰਪੂਰਨਤਾ ਵੱਲ ਅਸੀਂ ਵੱਧ ਰਹੇ ਹਾਂ ਤੇ ਅਗਲਾ ਜਿਹੜਾ ਹੈ ਆਖਰੀ ਜਿਹੜੇ ਕੁਝ ਸ਼ਬਦ ਨੇ ਉਹ ਹੈ ਮਾਸ ਪ੍ਰਤੀ ਗੁਰੂ ਸਾਹਿਬਾਨ ਦਾ ਦੁਨੀਆ ਨੂੰ ਮਾਰਗਦਰਸ਼ਨ। ਜਿਹੜੀਆਂ ਕੁਰੀਤੀਆਂ ਦੇ ਕਾਰਨ ਅੱਜ ਦੁਨੀਆ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਤਰਾਹ ਕਰ ਰਹੀ ਹੈ, ਭੂਤ ਭਵਿੱਖ ਦੇ ਜਾਣਨਹਾਰ ਗੁਰੂ ਸਾਹਿਬਾਨ ਨੇ ਉਹਨਾਂ ਕੁਰੀਤੀਆਂ ਨੂੰ ਬੱਜਰ ਕ੍ਰਿਤਾਂ ਦੱਸ ਕੇ ਅੱਜ ਤੋਂ ਲਗਭਗ 300 ਸਾਲ ਪਹਿਲਾਂ ਹੀ ਸਾਨੂੰ ਜਿਹੜਾ ਹੈ ਬਚਾ ਲਿਆ। ਗੁਰੂ ਸਾਹਿਬਾਨ ਦਾ ਕੇਵਲ ਹੁਕਮ ਹੀ ਨਹੀਂ ਬਲਕਿ ਸਖਤ ਤਾੜਨਾ ਵੀ ਹੈ ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਨਹੀਂ ਕਰਨਾ, ਤੰਬਾਕੂ, ਸ਼ਰਾਬ ਤੇ ਹੋਰ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ ਤੇ ਕੁੱਠਾ ਅਥਵਾ ਮਰਦਾਰ ਮਾਸ ਨਹੀਂ ਖਾਣਾ। ਪਰਾਈ ਇਸਤਰੀ ਜਾਂ ਪਰ ਪੁਰਸ਼ ਦੇ ਗਮਨ ਦੇ ਨਾਲ ਅੱਜ ਕੱਲ੍ਹ ਏਡਸ ਤੇ HIV ਵਰਗੀਆਂ ਵੱਡੀਆਂ ਵੱਡੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਬੱਜਰ ਕ੍ਰੈਤ ਦੱਸ ਕੇ ਇਸ ਪਾਸੇ ਤੋਂ ਸਾਨੂੰ ਇਸ ਭਿਆਨਕ ਰੋਗ ਤੋਂ ਬਚਾਇਆ। ਤੰਬਾਕੂ ਤੇ ਹੋਰ ਨਸ਼ਿਆਂ ਨੂੰ ਗੁਰੂ ਸਾਹਿਬਾਨ ਨੇ ਬੱਜਰ ਕ੍ਰੈਤ ਦੱਸਿਆ। ਗੁਰੂ ਪਾਤਸ਼ਾਹ ਜਾਣਦੇ ਸਨ ਕਿ ਤੰਬਾਕੂ ਦੇ ਨਾਲ ਭਿਆਨਕ ਰੋਗ ਲੱਗਦੇ ਨੇ। ਅੱਜ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਨੇ ਕਾਨੂੰਨ ਪਾਸ ਕਰਕੇ ਤੰਬਾਕੂ ਤੇ ਹੋਰ ਨਸ਼ਿਆਂ ਆਦਿ ਤੇ ਸਖਤ ਪਾਬੰਦੀ ਲਾਈ ਹੋਈ ਹੈ। ਭਾਰਤ ਸਰਕਾਰ ਵੀ ਇਸੇ ਰਾਹ ਤੇ ਚੱਲ ਰਹੀ ਹੈ। ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਸੀ ਕਿ ਇਹੋ ਜਿਹੀਆਂ ਭੈੜੀਆਂ ਚੀਜ਼ਾਂ ਦੇ ਨਾਲ ਸਿੱਖ ਦਾ ਸਰੀਰ ਤੇ ਬੁੱਧ ਭ੍ਰਿਸ਼ਟੀ ਨਾ ਜਾਵੇ। ਅਗਲੀ ਕ੍ਰੈਤ ਵਿੱਚ ਗੁਰੂ ਸਾਹਿਬ ਨੇ ਕੁੱਠਾ ਅਥਵਾ ਮਰਦਾਰ ਭਾਵ ਕੇ ਕੋਇਆ ਹੋਇਆ ਮਾਸ ਨਹੀਂ ਖਾਣਾ। ਸਰੀਰ ਦੀ ਬਣਤਰ ਦਾ ਸਰਵੇਖਣ ਕਰਨ ਤੇ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਨੇ ਸਾਡਾ ਸਰੀਰ ਸ਼ਾਕਾਹਾਰੀ ਜਾਨਵਰਾਂ ਵਰਗਾ ਬਣਾਇਆ ਹੈ। ਜੇ ਅਕਾਲ ਪੁਰਖ ਨੂੰ ਮਨਜ਼ੂਰ ਹੁੰਦਾ ਕਿ ਇਨਸਾਨ ਮਾਸ ਖਾ ਕੇ ਗੁਜ਼ਾਰਾ ਕਰੇ ਤੇ ਸਾਡਾ ਸਰੀਰਕ ਢਾਂਚਾ ਵੀ ਮਾਸਾਹਾਰੀ ਜਾਨਵਰਾਂ ਵਰਗਾ ਹੀ ਬਣਾਉਣਾ ਸੀ। ਅੱਜ ਅਧਿਆਤਮਕ ਤੇ ਵਿਗਿਆਨਕ ਤੌਰ ਤੇ ਸਿੱਧ ਹੋ ਚੁੱਕਾ ਹੈ ਕਿ ਮਾਸ ਦੇ ਸੇਵਨ ਮਾਨਸਿਕ ਤੌਰ ਤੇ ਵਿਸ਼ੇ ਵਿਕਾਰਾਂ ਤੇ ਸਰੀਰਕ ਤੌਰ ਤੇ ਭਿਆਨਕ ਬਿਮਾਰੀਆਂ ਦਾ ਕਾਰਨ ਹੈ। ਮਾਸ ਖਾਣ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਚਿਕਨ ਫਲੂ, ਮੈਡ ਖਾਓ ਡਿਜ਼ੀਜ਼ ਆਦਿ ਤੇ ਇਹ ਜਿਹੜੀਆਂ ਬਿਮਾਰੀਆਂ ਨੇ ਇਹ
ਜਾਨਵਰਾਂ ਤੋਂ ਜਿਹੜੀਆਂ ਨੇ ਜਾਂ ਪਸ਼ੂਆਂ ਤੋਂ ਜਿਹੜੀਆਂ ਨੇ ਇਨਸਾਨ ਦੇ ਵਿੱਚ ਆਉਂਦੀਆਂ ਨੇ ਤੇ ਇਹਨਾਂ ਦੇ ਭਿਆਨਕ ਸਿੱਟੇ ਨਿਕਲਦੇ ਨੇ। ਸਾਨੂੰ ਅਫਸੋਸ ਹੈ ਕਿ ਗੁਰੂ ਸਾਹਿਬਾਨ ਦੀਆਂ ਮਹਾਨ ਸਿੱਖਿਆਵਾਂ ਹੁੰਦੇ ਹੋਏ ਵੀ ਅਸੀਂ ਪੂਰਨ ਤੌਰ ਤੇ ਉਹਨਾਂ ਦੇ ਸਿੱਖਿਆਵਾਂ ਉੱਤੇ ਚੱਲ ਨਾ ਸਕੇ ਤੇ ਕਈ ਵਾਰ ਲੋਕ ਨੇ ਜਿਹੜੇ ਕਿ ਉਹ ਜਿਹੜੇ ਹੈ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਕਈ ਵਾਰੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਗਲਤ ਇੰਟਰਪ੍ਰੈਸ਼ਨ ਵੀ ਕਰਦੇ ਨੇ ਤੇ ਜਿਹੜਾ ਹੈ ਲੇਖਕ ਹੈ ਜਿਹੜਾ ਆਸ ਕਰਦਾ ਹੈ ਕਿ ਸ਼ਾਇਦ ਇਹ ਉਹ ਦਿਨ ਦੂਰ ਨਹੀਂ ਜਦੋਂ ਮਾਸ ਦੇ ਸੇਵਨ ਨੂੰ ਖਤਮ ਕਰਨ ਵਾਸਤੇ ਵੀ ਕੋਈ ਕਾਨੂੰਨ ਜਿਹੜਾ ਹੈ ਸਰਕਾਰਾਂ ਨੂੰ ਬਣਾਉਣ ਲਈ ਮਜਬੂਰ ਹੋਣਾ ਪਵੇ। ਤੇ ਇਹ ਸਨ ਕੁਝ ਕੁ ਜਿਹੜੀਆਂ ਗੱਲਾਂ ਨੇ ਅਸੀਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ। ਜਿਹੜੇ ਸ਼ਬਦ ਸਨ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੇ, ਉਹਨਾਂ ਦੀ ਕਿਤਾਬ ਸਿੱਖ ਸਿਧਾਂਤ ਦੇ ਵਿੱਚੋਂ ਹੁਣ ਤੱਕ ਜਿਹੜੀਆਂ ਅਸੀਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ, ਉਹਨਾਂ ਦਾ ਇੱਕ ਕਿਸਮ ਦਾ ਨਿਚੋੜ ਹੈ। ਉਹ ਇੱਕ ਮੇਰੇ ਕੋਲ ਜਿਹੜੀ ਹੈ YouTube ਤੋਂ ਵੀਡੀਓ ਜਿਹੜੀ ਹੈ ਮੇਰੇ ਸਾਹਮਣੇ ਆਈ, ਜਿਹੜੀ ਕਿ ਉਹਦਾ ਜਿਹੜਾ ਸ਼ੀਰਸ਼ਕ ਹੈ ਉਹਨਾਂ ਨੇ ਲਿਖਿਆ ਹੈ ਮੀਟ ਖਾਣ ਸੰਬੰਧੀ ਡਾਕਟਰ ਸਾਹਿਬ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ। ਇਹ ਡਾਕਟਰ ਨੇ ਡਾਕਟਰ ਸੋਹਣ ਸਿੰਘ ਪਪਰਾਲੀ PAPRALI ਤੇ ਇਹ ਪੇਸ਼ੇ ਵਜੋਂ ਇਹ ਡਾਕਟਰ ਨੇ ਅਧਰੰਗ ਦਾ ਜਿਹੜਾ ਹੈ ਇਲਾਜ ਕਰਦੇ ਨੇ। ਬਹੁਤ ਹੀ ਮਾਹਰ ਨੇ ਇਹਦੇ ਵਿੱਚ ਤੇ ਪਰ ਇਹ ਧਾਰਮਿਕ ਵਿਚਾਰਾਂ ਇਹ ਜਿਹੜੀਆਂ ਇਹਨਾਂ ਦੀਆਂ ਬਹੁਤ ਹੀ ਡੂੰਘੀਆਂ ਨੇ ਤੇ ਜਿਹੜੀ ਕਿ ਪੂਰੀ ਵੀਡੀਓ ਲਗਭਗ 40 ਮਿੰਟ ਦੀ ਹੈ। ਤੇ ਇਹ ਜਿਹੜੀ ਇੰਟਰਵਿਊ ਜਗਦੀਪ ਸਿੰਘ ਥਾਲੀ ਉਹਨਾਂ ਨੇ ਪੰਜਾਬੀ ਲੋਕ ਚੈਨਲ ਵਾਲਿਆਂ ਨੇ ਜਿਹੜੀ ਹੈ ਉਹ ਕੀਤੀ ਤੇ ਉਹਦੇ ਵਿੱਚੋਂ ਕੁਝ ਅੰਸ਼ ਜਿਹੜੇ ਨੇ ਸਾਡੇ ਵਿਸ਼ੇ ਦੇ ਨਾਲ ਸੰਬੰਧਿਤ ਨੇ, ਉਹ ਆਪ ਜੀ ਦੇ ਲਈ ਅਸੀਂ ਪਲੇ ਕਰਾਂਗੇ। ਤੇ ਜਿਸ ਕਿਸੇ ਨੇ ਪੂਰੀ ਜਿਹੜੀ ਹੈ ਵੀਡੀਓ ਦੇਖਣੀ ਹੋਵੇ ਤੇ YouTube ਤੇ ਸਰਚ ਕਰਕੇ ਡਾਕਟਰ ਸੋਹਣ ਸਿੰਘ ਪਪਰਾਲੀ ਤੇ ਜਗਦੀਪ ਸਿੰਘ ਥਾਲੀ ਤੇ ਇਹ ਮੀਟ 10 ਸ਼ਬਦ ਵਿੱਚ ਟਾਈਪ ਕਰ ਦੇਣਾ ਤੇ ਤੁਹਾਨੂੰ ਜਿਹੜੀ ਹੈ ਇਹ ਵੀਡੀਓ ਜਿਹੜੀ ਹੈ ਦੇਖਣ ਨੂੰ ਮਿਲ ਜਾਵੇਗੀ। ਇਹਦੇ ਵਿੱਚ ਇਕੱਲਾ ਮੀਟ ਬਾਰੇ ਨਹੀਂ, ਉਹਨਾਂ ਨੇ ਹੋਰ ਵੀ ਕਈ ਜਿਹੜੀਆਂ ਹੈ ਡੂੰਘੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਤੇ ਅਸੀਂ ਜਿਹੜਾ ਹੈ ਜਦੋਂ YouTube ਦੇ ਉੱਤੇ ਅੱਜ ਦਾ ਪ੍ਰੋਗਰਾਮ ਪਾਵਾਂਗੇ ਤੇ ਇਹਦਾ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗੇ ਤਾਂ ਕਿ ਅਗਰ ਕਿਸੇ ਨੇ ਪੂਰੀ ਇੰਟਰਵਿਊ ਸੁਣਨੀ ਹੋਵੇ ਤੇ ਸੁਣ ਸਕੇ। ਤੇ ਆਓ ਸੁਣਦੇ ਹਾਂ ਉਹਨਾਂ ਦੀ ਇੰਟਰਵਿਊ ਮੀਟ ਦੇ ਬਾਰੇ ਜਿਹੜੇ ਹੈ ਉਹਨਾਂ ਨੇ ਜਿਹੜੇ ਵਿਚਾਰ ਦੱਸੇ ਨੇ ਤੇ ਆਓ ਸੁਣਦੇ ਹਾਂ ਕੁਝ ਜਿਹੜੇ ਹੈ ਐਕਸਟ੍ਰੈਕਟ ਨੇ ਉਸ ਧੰਨਵਾਦ ਸਹਿਤ ਅਸੀਂ ਆਪ ਜੀ ਦੇ ਲਈ ਪੇਸ਼ ਕਰਦੇ ਹਾਂ। मांस खान बारे गुरबाणी च क्या फरमान है जी? जो सब में एक खुदाए कहत हो तो क्यों मुर्गी मारे जी? मुसलमान नूं कहा बई बंदे जे तू सब च कहना भी खुदा हैगा, मौलवी तू आप कहना फिर मुर्गी क्यों बढ़दा जी? या कबीर जी का एक होर आउंदा एक जगह, कबीर भंग मछली सुरापान जो जो प्राणी खाहें, तीर्थ वर्त नेम किए ते सबे रसातल जाए। तीर्थ करी जावे, कोई ਵਰਤ ਰੱਖੀ ਜਾਵੇ, ਕੋਈ ਕੁਛ ਵੀ ਕਰੇ ਧਾਰਮਿਕ ਧਰਮ, ਅਗਰ ਉਹ ਭੰਗ ਮੱਛਲੀ ਜਾਂ ਸੁਰਾ ਪਾਨ ਯਾਨੀ ਸ਼ਰਾਬ ਵਗੈਰਾ ਵਰਤਦਾ ਤਾਂ ਉਹਦਾ ਕਰਿਆ ਕਰਾਇਆ ਵਿਅਰਥ ਚਲੇ ਜਾਂਦਾ, ਰਸਾਤਲ ਯਾਨੀ ਨਰਕ ਨੂੰ ਹੇਠਾਂ ਚਲੇ ਜਾਂਦਾ, ਵਿਅਰਥ ਹੋ ਜਾਂਦਾ, ਮਤਲਬ ਯੂਜ਼ਲੈਸ। ਤੋ ਇਹ ਗੁਰਮਤ ਦਾ ਜਿਹੜਾ ਫਲਸਫਾ ਹੈ, ਕਈ ਲੋਕ ਕਹਿੰਦੇ ਨੇ ਵੀ ਜੇ ਬਾਬਾ ਨਾਨਕ ਜੀ ਕਹਿ ਰਹੇ ਹੈ ਵੀ ਕੌਣ ਮਾਸ ਕੌਣ ਸਾਗ ਕਹਾਵੇ, ਉਹ ਭਾਈ ਠੀਕ ਹੈ, ਉਹ ਸ਼ਬਦ ਕਿਸੇ ਪ੍ਰਸੰਗ ਵਿੱਚ ਕਿਸੇ ਨੂੰ ਸੁਣਾਇਆ ਗਿਆ, ਉਹ ਪੰਡਤ ਨੂੰ ਸੁਣਾਇਆ ਗਿਆ, ਸਾਹਮਣੇ ਪੰਡਤ ਸੀਗਾ ਉੱਥੇ। ਗੁਰਬਾਣੀ ਹਮੇਸ਼ਾ ਜਿੱਥੇ ਵੀ ਗੁਰਬਾਣੀ ਦਾ ਉਚਾਰਨ ਹੋਇਆ ਸਾਹਮਣੇ ਵਾਲੇ ਬੰਦੇ ਦੀ ਮਨੋਦਸ਼ਾ ਦੇਖ ਕੇ ਹੋਇਆ। ਸੱਜਣ ਠੱਕ ਹੋ ਗਏ ਤਾਂ ਉਸ ਤਰ੍ਹਾਂ ਦੀ ਉਹਦੀ ਮਨੋਦਸ਼ਾ ਦੇਖ ਕੇ ਉਚਾਰਨ ਕਰਿਆ। ਹੋਰ ਕਿਤੇ ਵੀ ਜਗ੍ਹਾ ਜਿਹੜਾ ਗੁਰਬਾਣੀ ਦਾ ਉਚਾਰਨ ਹੈ ਉਹ ਸਮੇਂ ਸਥਾਨ ਦੇ ਮੁਤਾਬਕ ਉਹ ਸੱਚ ਕਿਹਾ ਗਿਆ, ਤਾਂ ਉਹਨੂੰ ਅਸੀਂ ਦੂਜੇ ਪਾਸੇ ਨਹੀਂ ਲਾ ਸਕਦੇ, ਕਿਉਂਕਿ ਜੇ ਆਊਟ ਆਫ ਪ੍ਰਸੰਗ ਜਾਵਾਂਗੇ ਫਿਰ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਣੀ ਹੈ। ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਐਕਸਪਲੇਨ ਕਰ ਸਕਦੇ ਹਾਂ। ਦੇਖੋ, ਜਿਹੜਾ ਮੀਟ ਜਾਂ ਮਾਸ ਦਾ ਖਾਣਾ ਜਾਂ ਨਾ ਖਾਣਾ ਹੈ, ਗੁਰਬਾਣੀ ਦੀ ਇੱਕ ਹੋਰ ਪੰਕਤੀ ਆਪ ਜੀ ਦੇ ਸਾਹਮਣੇ ਰੱਖਦਾ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ, ਰਸ ਘੋੜੇ ਰਸ ਸੇਜਾ ਮੰਦਰ
ਰਸ ਮਿੱਠਾ, ਰਸ ਮਾਸ, ਇਹ 9 ਰਸ ਗੁਰੂ ਨਾਨਕ ਪਾਤਸ਼ਾਹ ਨੇ ਕਹੇ ਹੈ ਸਰੀਰ ਦੇ ਵਿੱਚ ਹੈ। ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਇੰਨੇ ਰਸ ਸਾਡੇ ਅੰਦਰ ਹੈ, ਨਾਮ ਕਿੱਥੇ ਟਿਕੂਗਾ? ਗੁਰੂ ਨਾਨਕ ਸਾਹਿਬ ਦਾ ਸਵਾਲ ਹੈ। ਤੋ ਮਤਲਬ ਕਹਿਣ ਦਾ ਇਹ ਹੈ ਵੀ ਜਿੰਨੀਆਂ ਵੀ ਇਹ ਚੀਜ਼ਾਂ ਆਪਾਂ ਖਾਂਦੇ ਪੀਂਦੇ ਹੈ, ਇਹਨਾਂ ਨੂੰ ਰਸ ਨਹੀਂ ਬਣਾਉਣਾ। ਹੁਣ ਸੋਚਣਾ ਹੈ, ਜੇ ਲੋੜ ਪੈਂਦੀ ਹੈ ਆਪਣੇ ਪੁੱਤ ਧੀ ਨੂੰ ਆਪਾਂ ਬਣਾਉਂਦੇ ਹਾਂ, ਸਾਰਿਆਂ ਘਰਾਂ 'ਚ ਹੁੰਦਾ ਹੈ, ਲੇਕਿਨ ਜੇ ਆਪਾਂ ਉਹਨੂੰ ਪਾ ਕੇ ਉਹਦਾ ਐਗਜ਼ੀਬਿਸ਼ਨ ਕਰੂੰਗੇ ਬਈ ਮੇਰੇ ਕੋਲ ਗਲੇ ਵਿੱਚ ਹਾਰ ਵੀ ਪਾਇਆ ਵਾ, ਕਾਂਠਾ ਪਾਇਆ ਵਾ, ਜਾਂ ਕੜਾ ਮੁੰਦੀ ਪਾਈਆਂ, ਹੰਕਾਰ ਨੂੰ ਵਧਾਉਂਦੀ ਜਿਹੜੀ ਚੀਜ਼, ਉਹ ਈਗੋ ਹੈ। ਐਗਜ਼ੀਬਿਸ਼ਨ ਮਾੜੀ ਹੈ, ਸੋਨਾ ਮਾੜਾ ਨਹੀਂ ਹੈ। ਐਸੇ ਤਰੀਕੇ ਨਾਲ ਰੂਪਾ ਕਾਮਣ ਔਰਤ ਦੀ ਗੱਲ ਹੈ, ਔਰਤ ਮਾੜੀ ਨਹੀਂ ਹੈ। ਜਿਵੇਂ ਜਿਹੜੇ ਸਾਡੇ ਪਹਿਲਾਂ ਹੋਏ ਕੰਨ ਪਾਟੇ, ਉਹ ਕਹਿੰਦੇ ਸੀਗੇ ਵੀ ਔਰਤ ਬਾਗਣ ਹੈ, ਦਾਮ ਕਾਢ ਬਾਗਣ ਲੈ ਆਇਆ, ਮਾਊ ਕਹੇ ਮੇਰਾ ਪੂਤਾ ਵਿਆਇਆ। ਇਹ ਗੋਰਖਨਾਥ ਵਰਗੇ ਇਹਨਾਂ ਨੇ ਔਰਤ ਨੂੰ ਬੜਾ ਨਿੰਦਿਆ ਸੀਗਾ। ਟੋਰ ਗਵਾਰ ਸ਼ੂਦਰ ਨਾਰੀ ਚਾਰੇ ਤਾੜਨ ਦੇ ਅਧਿਕਾਰੀ, ਉਹ ਤੁਲਸੀ ਨੇ ਵੀ ਇਹੀ ਗੱਲ ਕਹੀ। ਕਿੱਸਾ ਸਾਹਿਤ ਵਿੱਚ ਵੀ ਨਾਰੀ ਨੂੰ ਬਹੁਤ ਨਿੰਦਿਆ ਗਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਨਹੀਂ ਨਹੀਂ ਨਹੀਂ, ਨਾਰੀ ਤੋਂ ਤਾਂ ਸਭ ਰਾਜੇ ਜੰਮਦੇ, ਮਹਾਪੁਰਸ਼ ਜੰਮਦੇ, ਸੋ ਕਿਉਂ ਮੰਦਾ ਆਖੀਏ। ਸਤੀ ਕਰਤੀ ਜਾਂਦੀ ਸੀ ਉਦੋਂ ਤਾਂ। ਹਾਂ ਬਿਲਕੁਲ ਜੀ, ਵੀ ਨਾਰੀ ਮਾੜੀ ਨਹੀਂ ਭਾਈ, ਨਾਰੀ ਦੀ ਵਰਤੋਂ ਮਾੜੀ ਹੋ ਸਕਦੀ ਹੈ। ਜੇ ਹੁਣ ਤੁਸੀਂ ਇੱਕ ਨਾਰੀ ਪਰ ਨਹੀਂ ਸਬਰ ਕਰਦੇ ਜਾਂ ਇੱਕ ਨਾਰੀ ਇੱਕ ਪੁਰਸ਼ ਪਰ ਨਹੀਂ ਸਬਰ ਕਰਦੀ, ਤਾਂ ਫਿਰ ਵਿਵਚਾਰ ਪੈਦਾ ਹੋਊਗਾ, ਉਹ ਬੁਰੀ ਗੱਲ ਹੈ। ਸਦਾਚਾਰ ਰਹਿਣਾ ਹੀ ਨਹੀਂ ਹੈ, ਔਰ ਮਨ ਫੇਰ ਨਹੀਂ ਭਟਕਣਾ। ਜੇ 1 ਲੱਖ ਇਸਤਰੀਆਂ ਦਾ ਭੋਗ ਵੀ ਕਰ ਲਵੇ, ਗੁਰਬਾਣੀ ਦਾ ਬਚਨ ਹੈ, ਤਾਂ ਵੀ ਸ਼ਾਂਤੀ ਨਹੀਂ ਆਉਣੀ ਹੈ, ਮਨ ਹੋਰ ਭਟਕੀ ਜਾਣਾ। ਜੇ ਆਉਣੀ ਹੈ ਤਾਂ ਇੱਕ ਪਰ ਵੀ ਸਬਰ ਹੋ ਜਾਣਾ, ਸ਼ਾਂਤੀ ਆ ਜਾਣੀ ਹੈ। ਤਾਂ ਉਹ ਗੁਰਬਾਣੀ ਦਾ ਮਤ ਇਹ ਹੈ ਬਈ ਇਹ ਜਿਹੜੇ ਰਸ ਹੈ ਸਰੀਰ ਦੇ, ਮਿੱਠਾ ਵੀ ਰਸ ਹੈ। ਕਈ ਕਹਿੰਦੇ ਆ ਜੀ ਨਹੀਂ ਨਹੀਂ ਅਸੀਂ ਤਾਂ ਮਿੱਠਾ ਹੀ ਖਾਣਾ ਹੈ, ਮਿਰਚ ਮਸਾਲਾ ਨਹੀਂ ਖਾਣਾ। ਉਹ ਭਾਈ ਗੁਰਬਾਣੀ ਤਾਂ ਮਿੱਠੇ ਨੂੰ ਵੀ ਰਸ ਕਹਿ ਰਹੀ ਹੈ। ਹੱਦ ਤੋਂ ਜਦ ਵੱਧ ਖਾਵਾਂਗੇ ਤਾਂ ਮਿੱਠਾ ਵੀ ਖਰਾਬ ਹੈ, ਹੱਦ ਤੋਂ ਵੱਧ ਘਿਓ ਵੀ ਖਰਾਬ ਹੈ, ਹਾਲਾਂਕਿ ਚੰਗੀ ਚੀਜ਼ ਹੈ ਘਿਓ। ਜੇ ਉਹਨੂੰ ਰਸ ਬਣਾ ਲਿਆ ਅਸੀਂ, ਰਸ ਹਮੇਸ਼ਾ ਹਰ ਇੱਕ ਚੀਜ਼ ਮਾੜੀ ਹੈ। ਘੋੜੇ, ਜੇ ਘੋੜਾ ਕਿਸੇ ਨੇ ਸੈਰ ਸਪਾਟੇ ਖਾਤਰ ਰੱਖਿਆ ਹੋਇਆ ਹੈ, ਕੋਈ ਇਤਰਾਜ਼ ਨਹੀਂ ਹੈ, ਮੰਗੇ ਵੀ ਹੈ ਘੋੜੇ, ਧੰਨਾ ਭਗਤ ਨੇ ਮੰਗਿਆ ਹੋਇਆ ਘੋੜੀ ਚੰਗੀ ਸੁੰਦਰ। ਜੇ ਘੋੜੇ ਨੂੰ ਅਸੀਂ ਫਿਰ, ਜਿਵੇਂ ਦੁਰਯੋਧਨ ਨੂੰ ਹੰਕਾਰ ਹੋ ਗਿਆ ਸੀ ਹਾਥੀਆਂ ਨੂੰ ਦੇਖ ਕੇ ਵੀ ਗਵਾਲੇ ਨੇ ਆਉਣਾ, ਮੈਨੂੰ ਉਹਨੂੰ ਨਮਸਕਾਰ ਕਰਨੀ ਪਊ, ਕ੍ਰਿਸ਼ਨ ਜੀ ਆਏ ਸੀ ਨਾ, ਉਹ ਤਾਂ ਹੀ ਨਹੀਂ ਉੱਥੇ ਗਏ, ਉਹਦੇ ਮਨ ਦਾ ਹੰਕਾਰ ਪੜ ਲਿਆ, ਉਹ ਬਿਦਰ ਦੇ ਘਰ ਠਹਿਰੇ ਜਾ ਕੇ ਗਰੀਬ ਦੇ। ਤੋ ਜੇ ਅਸੀਂ ਉਹਨਾਂ ਨੂੰ ਐਗਜ਼ੀਬਿਸ਼ਨ ਘੋੜਿਆਂ ਦੀ ਲਾਵਾਂਗੇ, ਹਾਥੀਆਂ ਦੇ ਵੀ ਹਉਮੈ 'ਚ ਲਿਜਾਵਾਂਗੇ, ਫਿਰ ਉਹ ਬੁਰੀ ਗੱਲ ਹੈ। ਘੋੜਾ ਮਾੜਾ ਨਹੀਂ ਹੈ, ਪੈਸਾ ਮਾੜਾ ਨਹੀਂ ਹੈ, ਦੌਲਤ ਵੀ ਮਾੜੀ ਨਹੀਂ ਹੈ। ਦੌਲਤ ਤਾਂ ਬਹੁਤ ਵਧੀਆ ਚੀਜ਼ ਹੈ, ਗੁਰਸਿੱਖਾਂ ਦੇ ਘਰ 'ਚ ਹੁੰਦੀ, ਹੱਥੀਂ ਕਮਾਉਂਦੇ ਔਰ ਆਇਆਂ ਗਿਆ ਵਿਆਗਤਾਂ ਦੀ ਸੇਵਾ ਕਰਦੇ ਆ, ਉਹਦੇ ਨਾਲ ਉਹ ਪਵਿੱਤਰ ਹੋ ਜਾਂਦੀ ਹੈ। ਇਸ ਕਰਕੇ ਰਸ ਨਹੀਂ ਬਣਾਉਣਾ ਕਿਸੇ ਵੀ ਚੀਜ਼ ਨੂੰ ਭਾਈ। ਮਾਸ ਦਾ ਵੀ ਇਸ ਤਰ੍ਹਾਂ ਹੀ ਹੈ, ਰਸ ਮਿੱਠਾ, ਰਸ ਮਾਸ। ਜੇ ਮਾਸ ਨੂੰ ਰਸ ਬਣਾਉਂਗੇ ਰੋਜ਼, ਵੀ ਸਾਡੀ ਤਾਂ ਜੀਭ ਮੰਗਦੀ ਉਹ ਮੀਟ ਹੈ ਰੋਜ਼ ਖਾਣ ਨੂੰ, ਮਾਸ ਮੰਗਦੀ ਹੈ, ਉਹ ਬੁਰੀ ਗੱਲ ਹੈ। ਅਤੇ ਜੇ ਮਜਬੂਰੀ ਬਸ ਕਿਤੇ ਖਾਣਾ ਵੀ ਪੈ ਗਿਆ ਤਾਂ ਕੋਈ ਪਾਪ ਵੀ ਨਹੀਂ ਜੁੜਿਆ ਹੋਇਆ। ਗੁਰਮਤਿ ਦਾ ਫਲਸਫਾ ਇਹ ਹੈ। ਹਾਂ, ਕਿਸੇ ਜੀਵ ਨੂੰ ਜਾਣ ਕੇ ਬੁੱਝ ਕੇ ਅਸੀਂ ਕਤਲ ਕਰਕੇ ਉਹਨੂੰ ਖਾਈਏ, ਜਾਂ ਉਹਨੂੰ ਕਤਲ ਕਰਨ ਵਿੱਚ ਸਹਾਈ ਹੋਈਏ, ਜੇ ਅਸੀਂ ਖਾਂਦੇ ਹਾਂ ਤਾਂ ਹੀ ਵੱਢੂਗਾ ਅਗਲਾ ਵੱਢਦਾ, ਉਹ ਚੰਗੀ ਗੱਲ ਨਹੀਂ ਹੈ। ਗੁਰਮਤਿ ਅਨੁਸਾਰ ਉਹ ਠੀਕ ਨਹੀਂ ਹੈ। ਔਰ ਮੈਂ ਤਾਂ ਦੱਸ ਰਹੇ ਨੇ ਇਹ ਵੀ ਦੇਖਿਆ ਹੈ, ਸੁਣਿਆ, ਦੇਰ ਦੀ ਗੱਲ ਹੈ, ਚੰਦਗੀ ਰਾਮ ਹੁੰਦਾ ਸੀ, ਮਾਸਟਰ ਚੰਦਗੀ ਰਾਮ, ਹਰਿਆਣੇ ਦਾ ਪਹਿਲਵਾਨ। ਉਹ ਹਿੰਦ ਕੇਸਰੀ ਸੀਗਾ, ਉਹ ਬਿਲਕੁਲ ਵੈਜੀਟੇਰੀਅਨ ਸੀ, ਉਹਨੇ ਕਦੇ ਮੀਟ ਨਹੀਂ ਸੀ ਖਾਧਾ। ਉਹਦੀ ਹਿਸਟਰੀ ਵੀ ਅਖਬਾਰਾਂ 'ਚ ਆਉਂਦੀ ਰਹੀ ਹੈ। ਉਹ ਸਾਰਿਆਂ ਨੂੰ ਢਾਹ ਲੈਂਦਾ ਸੀਗਾ, ਅਤੇ ਫਿਰ ਮੀਟ ਵਿੱਚ ਕੁਝ ਜ਼ਿਆਦਾ ਹੈ ਉਹ ਪਦਾਰਥ ਹੈ ਖਾਣ ਵਾਲਾ ਨਹੀਂ ਹੈ, ਸਾਇੰਸ ਦੇ ਮੁਤਾਬਕ ਵੀ ਨਹੀਂ ਹੈ। ਜੇ ਡਾਕਟਰ ਹੋਣ ਦੇ ਨਾਤੇ ਮੈਂ ਆਪ ਜੀ ਨਾਲ ਬਾਤ ਕਰਾਂ, ਕਿਉਂਕਿ ਇਹ ਗੱਲ ਸਾਰਿਆਂ ਧਰਮਾਂ ਵਾਸਤੇ ਜਾਣੀ ਹੈ, ਡਾਕਟਰ ਹੋਣ ਦੇ ਨਾਤੇ। ਕਿਉਂਕਿ ਲੋਕ ਤਾਂ ਇਹੀ ਕਹਿੰਦੇ ਆ ਵੀ ਫਲ ਤੋੜ ਲਿਆ ਜੀ, ਉਹਦੇ ਵਿੱਚ ਵੀ ਸੰਜੀਵ ਚੀਜ਼ ਆ, ਵੀ ਸਾਰੀਆਂ ਕਹਿੰਦੇ ਜੀ। ਹੁਣ ਜਿਹੜਾ ਆਪਾਂ ਗੱਲ ਕਰਦੇ ਹਾਂ ਬਈ ਜਿਹੜਾ ਮੀਟ ਹੈ ਜਾਂ ਮਾਸ ਹੈ, ਇਹ ਮਾਸ ਫਲਾਂ ਵਿੱਚ ਵੀ ਹੈ, ਫਲ ਵੀ ਲਿਕੁਇਡ ਮਾਸ ਕਹਿੰਦੇ ਇਹਨੂੰ ਵੀ ਲੋਕ, ਹੈ ਵੀ ਠੀਕ ਹੈ ਗੱਲ, ਕੋਈ ਗਲਤ ਵੀ ਨਹੀਂ ਹੈ। ਜਿਵੇਂ ਸੂਰਜ ਹੈ ਜਿਹੜਾ, ਸਾਰੀ ਦੁਨੀਆ ਜਿਹੜੀ ਹੈ ਉਹ ਸੂਰਜ ਹੈ, ਕਿਉਂਕਿ ਸੂਰਜ ਦੀ ਰੋਸ਼ਨੀ ਨਾਲ ਜਿਉਂਦਾ, ਨਹੀਂ ਕੁਝ ਵੀ ਜਿੰਦਾ ਨਹੀਂ ਹੈ ਇੱਥੇ। ਇੱਕਣੇ ਮੀਟ ਹੈ ਜਿਹੜਾ, ਜੋ ਵੀ ਆਪਾਂ ਖਾਂਦੇ ਹਾਂ ਲਿਕੁਇਡ ਮਾਸ ਹੈ, ਜਾਂ ਲਿਕੁਇਡ ਮੀਟ ਕਹਿ ਲਓ ਚਾਹੇ। ਲੇਕਿਨ ਇਹਨੂੰ ਆਪਾਂ ਨੇ ਇੱਕ ਸਾਇੰਟੀਫਿਕ ਵੇ ਨਾਲ ਐਕਸਪਲੇਨ ਕਰਨਾ, ਜਿੱਥੋਂ ਸਭ ਨੂੰ ਤਸੱਲੀ ਹੋ ਜਾਊਗੀ ਵੀ ਵਾਕਈ ਅਸਲ 'ਚ ਗੱਲ ਕਿੱਥੇ ਸਟੈਂਡ ਕਰਦੀ ਹੈ ਜੀ। ਹੁਣ ਦੇਖੋ ਥਲੀ ਸਾਹਿਬ, ਇੱਕ SQ ਹੁੰਦਾ ਹੈ। ਅੱਛਾ ਜੀ। SQ ਦਾ ਮਤਲਬ ਹੁੰਦਾ ਸੈਂਸ਼ੈਂਟ ਕੋਸ਼ੈਂਟ। ਜਿਵੇਂ IQ ਹੁੰਦਾ ਹੈ ਜੀ, ਇੰਟੈਲੀਜੈਂਸ ਕੋਸ਼ੈਂਟ, EQ ਹੁੰਦਾ ਇਮੋਸ਼ਨਲ ਕੋਸ਼ੈਂਟ, ਐਸੇ ਤਰੀਕੇ ਨਾਲ ਇੱਕ SQ ਹੁੰਦਾ ਹੈ ਸੈਂਸ਼ੈਂਟ ਕੋਸ਼ੈਂਟ। ਉਹਦਾ ਮਤਲਬ ਇਹ ਹੁੰਦਾ ਹੈ ਬਈ ਕੋਈ ਬੰਦਾ ਕਿਸੇ ਸਟਿਮੂਲਸ ਨੂੰ, ਕਿਸੇ ਵੀ ਬਾਹਰ ਦੇ ਪ੍ਰਭਾਵ ਨੂੰ ਕਿੰਨਾ ਕਬੂਲਦਾ ਹੈ, ਫੀਲਿੰਗ ਪਾਵਰ ਕਿੰਨੀ ਹੈ ਉਹਦੀ। ਹੁਣ ਦੇਖੋ, ਜੇ
ਆਪਣੀ ਗਰਦਨ 'ਤੇ ਕੋਈ ਤਲਵਾਰ ਲਈ ਖੜਾ ਹੋਵੇ ਜੀ ਤਾਂ ਆਪਣੇ ਅੰਦਰ ਕਿਆ ਫੀਲਿੰਗ ਆਊਗੀ ਮਨੁੱਖ ਦੇ ਅੰਦਰ ਆਪਾਂ ਮਹਿਸੂਸ ਕਰ ਸਕਦੇ ਹਾਂ। ਇੱਕ ਜਾਨਵਰ ਦੇ ਅੰਦਰ ਕਿਆ ਆਉਂਦੀ ਹੋਊਗੀ, ਕਿੰਨੀ ਕੁ ਆਉਂਦੀ ਹੋਊਗੀ, ਉਹ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ। ਇੱਕ ਗਰਾਸ ਹੈ, ਸਾਗ ਹੈ, ਘਾਹ ਫੂਸ ਖਾਂਦੇ, ਫਲ ਖਾਂਦੇ, ਉਹਨਾਂ ਦੇ ਅੰਦਰ ਕਿੰਨੀ ਆਉਂਦੀ ਹੋਊਗੀ ਉਹ ਵੀ ਆਪਾਂ ਜਾਣ ਸਕਦੇ ਹਾਂ। ਇਹਨੂੰ ਆਪਾਂ ਸਾਇੰਟੀਫਿਕ ਵੇ ਨਾਲ ਐਕਸਪਲੇਨ ਕਰਨਾ ਹੈ। ਦੇਖੋ SQ ਜਿਹੜਾ ਹੈ ਉਹਦੇ ਮੁਤਾਬਕ ਜੋ ਸਾਇੰਸ ਨੇ ਫਾਰਮੂਲਾ ਕੱਢਿਆ ਸਾਇੰਸਦਾਨਾਂ ਨੇ ਜੀ ਉਹ -70 ਤੋਂ ਲੈ ਕੇ +50 ਤੱਕ ਹੋ ਸਕਦਾ। ਉਹ ਕਿਸੇ ਦੀ ਫੀਲਿੰਗ ਪਾਵਰ ਕਿੰਨੀ ਹੈ ਜੀ ਦੁਨੀਆ ਦੀ ਹਰ ਇੱਕ ਜਿੰਦੀ ਚੀਜ਼ ਹੈ, ਜਿੰਨੀਆਂ ਵੀ ਲਿਵਿੰਗ ਥਿੰਗਸ ਹੈ। ਜਿਹੜਾ ਤਾਂ ਘਾਹ ਵਗੈਰਾ ਹੈ ਜਿਵੇਂ ਸਰੋਂ ਦਾ ਸਾਗ ਹੈ ਜਾਂ ਕੁਝ ਵੀ ਆਪਾਂ ਖਾਂਦੇ, ਫਲ ਵੀ ਹੈ ਵਿੱਚ ਆਉਂਦੇ, ਉਹ ਮਾਈਨਸ ਵਿੱਚ ਫੀਲਿੰਗ ਪਾਵਰ ਹੈ ਉਹਨਾਂ ਦੀ, ਯਾਨੀ 0 ਤੋਂ ਵੀ ਹੇਠ ਫੀਲਿੰਗ ਪਾਵਰ ਹੈ, ਬਹੁਤ ਘੱਟ ਹੈ, ਨੈਗਲੀਜੀਬਲ ਕਹਿ ਲਓ। ਜਿਹੜੇ ਜਾਨਵਰ ਹੈ, ਭੇਡੂ ਹੋ ਗਏ, ਬੱਕਰੇ ਹੋ ਗਏ, ਮੁਰਗੇ ਹੋ ਗਏ, ਇਹਨਾਂ ਦੀ ਕਿਸੇ ਦੀ 3 4 5 ਇਸ ਤਰ੍ਹਾਂ ਹੈ। ਅਤੇ ਜਿਹੜਾ ਮਨੁੱਖ ਹੈ ਉਹਦੀ ਪਾਵਰ ਹੈਗੀ 13 ਔਰ ਸਭ ਤੋਂ ਵੱਧ ਫੀਲਿੰਗ ਪਾਵਰ ਮਨੁੱਖ ਦੀ ਹੈ। SQ ਮਨੁੱਖ ਦਾ ਵੱਧ ਹੈ। ਇਸ ਦੇ ਉੱਪਰ ਅਜੇ ਖੋਜਿਆ ਨਹੀਂ ਗਿਆ ਹੈ। ਖੋਜਿਆ ਇਸ ਕਰਕੇ ਨਹੀਂ ਗਿਆ, ਇਹਦੇ ਬਾਰੇ ਵੀ ਸਾਇੰਸ ਨੂੰ ਪਤਾ ਇਸ ਗੱਲ ਦਾ ਵੀ ਜਦੋਂ ਮੈਂਡਲੀਫ ਦਾ ਟੇਬਲ ਨਿਕਲਿਆ ਸੀ ਨਾ, ਰਸ਼ੀਅਨ ਸਾਇੰਸਦਾਨ ਨੇ ਕੈਮਿਸਟਰੀ ਦੇ ਤੱਤਾਂ ਦਾ ਅਟੋਮਿਕ ਵੇਟ ਔਰ ਅਟੋਮਿਕ ਨੰਬਰ ਦੇ ਹਿਸਾਬ ਨਾਲ ਨੰਬਰਿੰਗ ਕਰੀ ਸੀ ਵੀ ਕਿੰਨੇ ਐਲੀਮੈਂਟ ਹੈ ਦੁਨੀਆ 'ਚ, ਉਹਦਾ ਇਕੱਲੇ ਦਾ ਕਿੰਨਾ ਨੰਬਰ ਹੈ, 1 2 3 ਇਸ ਤਰ੍ਹਾਂ ਗਿਣਤੀ ਕਰਤੀ ਸੀ ਉਹਨੇ। ਜਿਨ੍ਹਾਂ ਦਾ ਉਸ ਟਾਈਮ ਨਹੀਂ ਪਤਾ ਸੀ ਉਹਨੇ ਖਾਲੀ ਛੱਡ ਦਿੱਤੇ। ਉਹ ਜਿਵੇਂ 82 ਵਾਲੇ ਦਾ ਪਤਾ ਹੈ, 84 ਵਾਲੇ ਦਾ ਪਤਾ, 83 ਦਾ ਉਹਨੇ ਖਾਲੀ ਛੱਡਤਾ ਸੀ। ਉਹ ਹੁਣ ਸਾਰੇ ਸਾਇੰਸਦਾਨਾਂ ਨੇ ਭਰ ਲਏ, ਸਾਰੇ ਐਲੀਮੈਂਟ ਬਣ ਗਏ, ਕੁਝ ਨਵੇਂ ਬਣਾ ਲਏ, ਕੁਝ ਕੁਦਰਤੀ ਪਤਾ ਲੱਗ ਗਿਆ, ਫਾਈਂਡ ਆਊਟ ਕਰ ਲਏ ਜੀ। ਕਿਉਂਕਿ ਜਿਹੜੇ ਅਟੋਮਿਕ ਐਲੀਮੈਂਟਸ ਹੁੰਦੇ ਉਹ ਆਈਟਮ ਜਦੋਂ ਚੇਂਜ ਹੁੰਦੀ ਹੈ ਨਾ ਉਹਦੇ ਨਾਲ ਅਟੋਮਿਕ ਵੇਟ ਔਰ ਨੰਬਰ ਚੇਂਜ ਹੋ ਜਾਂਦੇ। ਇਹ ਵੀ ਨਵੀਂ ਖੋਜ ਹੈ, ਉਦੋਂ ਨਹੀਂ ਸੀ ਇਹ ਹੋਈ ਹੈ, ਤਾਂ ਆਇਨਸਟਾਈਨ ਤੋਂ ਬਾਅਦ ਦੀਆਂ ਬਾਤਾਂ ਜੀ। ਉਸੇ ਹਿਸਾਬ ਨਾਲ ਜਿਹੜਾ SQ ਹੁਣ ਖਾਲੀ ਹੈ, ਸਾਨੂੰ ਲੱਗਦਾ ਵੀ ਸਾਡਾ ਫਾਰਮੂਲਾ ਕਹਿੰਦਾ ਵੀ +50 ਤੱਕ ਹੋ ਸਕਦਾ ਹੈ। ਮਨੁੱਖ ਦੀ 13 ਹੈ ਵੱਧ ਤੋਂ ਵੱਧ, ਇਸ ਤੋਂ ਉੱਪਰ ਹਜੇ ਪਤਾ ਨਹੀਂ ਜੀ। ਸਾਇੰਸਦਾਨ ਇਹ ਖਿਆਲ ਕਰਦੇ ਆ ਵੀ ਸ਼ਾਇਦ ਜਿਹੜੀਆਂ ਕੋਈ ਆਊਟਰ ਜਨਰੇਸ਼ਨਸ ਹੈ ਦੂਜਿਆਂ ਗ੍ਰਹਿਆਂ ਉੱਪਰ ਉੱਤੇ ਵੀ ਕੋਈ ਉਸ ਜਨਰੇਸ਼ਨ ਦਾ ਹੋ ਸਕਦਾ। ਹਜੇ ਕਿਆ ਪਤਾ ਮਹਾਰਾਜ ਦੀ ਦੁਨੀਆ 'ਚ ਕਿਆ ਕੁਛ ਹੈ, ਕਿੱਥੇ ਲੋਕ ਬੈਠੇ ਹੋਣ ਸਕਦੇ, ਕੋਈ ਪਤਾ ਥੋੜ੍ਹੀ ਹੈ। ਅਜੇ ਸਾਇੰਸ ਨੂੰ ਵੀ ਨਹੀਂ ਪਤਾ। ਜਾਣੀ ਗੁਰਬਾਣੀਕਾਰਾਂ ਨੇ ਤਾਂ ਇਹ ਕਹਿ ਦਿੱਤਾ ਵੀ ਅੰਤ ਨਹੀਂ ਹੈ, ਕਰੋੜਾਂ ਹੀ ਬ੍ਰਹਿਮੰਡ ਹੈ, ਖੰਡ ਹੈ, ਕੋਈ ਪਤਾ ਹੀ ਨਹੀਂ ਕਿਸੇ ਨੂੰ। ਤਾਂ ਹੋ ਸਕਦਾ ਪੋਸੀਬਲੀ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਵੀ ਨਿਕਲ ਆਵੇ ਕਿਸੇ ਦਾ। ਜਾਣੀ ਫਿਲਹਾਲ 13 ਪਰ ਖੜੀ ਹੈ ਸੂਈ ਵੀ ਮਨੁੱਖ ਦੀ ਫੀਲਿੰਗ ਪਾਵਰ SQ ਸਭ ਤੋਂ ਵੱਧ ਹੈ। ਤਾਂ ਅਗਰ ਮਨੁੱਖ ਨੂੰ ਕੋਈ ਕੱਢਦਾ ਹੈ, ਆਪਾਂ ਕਿਆਸ ਕਰ ਸਕਦੇ ਹਾਂ ਵੀ ਅੰਦਰ ਕਿਆ ਫੀਲਿੰਗ ਆਉਂਦੀ ਹੋ, ਜਾਂ ਜ਼ਿਆਦਾ ਜੇ ਤਲਵਾਰ ਉੱਪਰੇ ਹੋਵੇ, ਕੱਟੇ ਤੋਂ ਬਾਅਦ ਤਾਂ ਚਲੋ ਖਤਮ ਹੋ ਗਿਆ ਗੱਲ। ਪਰ ਪਹਿਲਾਂ ਜੋ ਆਪਾਂ ਸੋਚਦੇ ਕਰਦੇ ਹਾਂ ਉਹ ਆਪਾਂ ਨੂੰ ਪਤਾ ਹੈ, ਮਨੁੱਖ ਸਮਝ ਸਕਦਾ ਇਹ ਗੱਲ। ਜੇ ਆਪਾਂ ਜਾਨਵਰਾਂ ਨੂੰ ਕੱਢਦੇ ਹਾਂ ਉਹਨਾਂ ਦੀ ਫੀਲਿੰਗ ਪਾਵਰ 3 4 5 ਹੈ ਕਿਸੇ ਦੀ, ਉਹ ਮਨੁੱਖ ਨਾਲੋਂ ਕਿਤੇ ਘੱਟ ਹੈ। ਅਤੇ ਜੇ ਸਾਗ ਦੀਆਂ ਗੰਦਲਾਂ ਤੋੜਦੇ ਹਾਂ ਜਾਂ ਕੋਈ ਘਾਹ ਪੱਟਦੇ ਹਾਂ ਆਪਾਂ ਖੇਤਾਂ 'ਚੋਂ, ਕਣਕ ਨੂੰ ਵੱਢਦੇ ਹਰੀ ਨੂੰ ਹੈ ਜਾਂ ਕੋਈ ਵੀ ਫਸਲ 'ਚ ਹੈ, ਉਹਦੀ ਪਾਵਰ ਮਾਈਨਸ ਵਿੱਚ ਚਲੇ ਜਾਂਦੀ ਹੈ, -1 -2 -3 ਐਕਸਨ ਨਾ ਮਾਤਰ ਹੋ ਗਈ, ਨਾ ਮਾਤਰ, ਨੈਗਲੀਜੀਬਲ ਜੀ। ਤਾਂ ਹੁਣ ਖਾਣੇ ਖਾਤਰ ਕੁਛ ਤਾਂ ਕੁਦਰਤ ਨੇ ਬਣਾਇਆ ਵੀ ਹੈ ਵੀ ਸਾਨੂੰ ਖਾਣਾ ਵੀ ਹੈਗਾ ਜਿਉਣ ਖਾਤਰ। ਤੋਂ ਬਜਾਏ ਅਸੀਂ ਉੱਪਰਲੀਆਂ ਵੱਧ ਫੀਲ ਕਰਨ ਵਾਲੀਆਂ ਚੀਜ਼ਾਂ ਨੂੰ ਖਾਈਏ, ਉਹਦੀ ਬਜਾਏ ਅਸੀਂ ਕਿਉਂ ਨਾ ਛੋਟੀਆਂ ਨੂੰ ਖਾਈਏ। ਸ਼ਾਇਦ ਤਾਂ ਹੀ ਉਹ ਕੁਦਰਤ ਨੇ ਰੂਲ ਬਣਾਇਆ। ਇਸੇ ਕਰਕੇ ਕੁਦਰਤ ਨੇ ਔਰ ਗੁਰੂ ਨਾਨਕ ਪਾਤਸ਼ਾਹ ਉਹਨਾਂ ਸਾਰਿਆਂ ਭਗਤਾਂ ਨੇ ਇਹੀ ਗੱਲ ਕਹੀ ਹੈ ਵੀ ਜਿਹੜੀਆਂ ਚੀਜ਼ਾਂ ਨੂੰ ਘੱਟ ਤਕਲੀਫ ਹੁੰਦੀ ਹੈ, ਭਾਵੇਂ ਉਹਨਾਂ ਦੇ ਸਾਹਮਣੇ ਸਾਇੰਸ ਦੇ ਅਸੂਲ ਨਹੀਂ ਸੀ ਉਸ ਟਾਈਮ, ਪਰ ਉਹਨਾਂ ਦੀ ਜਿਹੜੀ ਇੰਟਿਊਸ਼ਨ ਹੈ, ਅੰਦਰਲੀ ਪਾਵਰ ਹੈ, ਉਹਦੇ ਮੁਤਾਬਕ ਇਹ ਗੱਲ ਸਹੀ ਬੈਠਦੀ ਹੈ ਵੀ ਭਾਈ ਸਾਗ ਸਬਜ਼ੀ ਖਾਓ, ਕੋਈ ਜਿਹੜੀ ਮਨੁੱਖ ਦੇ ਜਿਵੇਂ ਸਾਡੇ ਜਵਾੜੇ ਦੀ ਬਣਤਰ ਹੈ ਉਹਦੇ ਮੁਤਾਬਕ ਖਾਓ। ਹੁਣ ਜਾਨਵਰ ਹੈ ਜਿਹੜੇ ਜੀਆਂ ਕਾ ਆਹਾਰ ਜੀ, ਪਾਣੀ 'ਚ ਵੀ ਜੀਵ ਹੈ, ਬੜੀਆਂ ਮੱਛੀਆਂ ਛੋਟੀਆਂ ਨੂੰ ਖਾਂਦੀਆਂ, ਜੰਗਲ ਦੇ ਵਿੱਚ ਬਾਘ ਔਰ ਸ਼ੇਰ ਛੋਟੇ ਜਾਨਵਰਾਂ ਨੂੰ ਮਾਰ ਕੇ ਖਾਂਦੇ, ਉਹਨਾਂ ਦੇ ਜਵਾੜੇ ਦੀ ਬਣਤਰ ਹੈ ਇਸ ਤਰੀਕੇ ਨਾਲ। ਟੀਰਿੰਗ ਟੀਥ ਜੁਦੇ ਹੈ, ਕਿਨਾਈਨ ਜੁਦੇ ਹੈ, ਅਤੇ ਉਹ ਪਾੜ ਕੇ ਆਪਣਾ ਕੱਚਾ ਹੀ ਮੀਟ ਫਲੈਸ਼ ਕਹਿੰਦੇ ਜਿਹਨੂੰ, ਉਹ ਖਾ ਜਾਂਦੇ। ਉਹਨਾਂ ਨੂੰ ਕੁਦਰਤ ਵੱਲੋਂ ਇਸ ਤਰ੍ਹਾਂ ਹੀ ਹੈ। ਅਤੇ ਸਾਡੇ ਵਾਸਤੇ ਤਾਂ ਸਾਡੀ ਤਾਂ ਬਣਤਰ ਨਹੀਂ ਹੈ ਮੀਟ ਖਾਣ ਦੀ, ਤਾਂ ਅਸੀਂ ਤਾਂ ਜ਼ਬਰਦਸਤੀ ਕਰਦੇ ਹਾਂ, ਜੀਭ ਦੇ ਸਵਾਦ ਖਾਤਰ ਕਰਦੇ ਹਾਂ। ਜਿਹੜੇ ਖਾਂਦੇ ਵੀ ਹਾਂ ਤਾਂ 2/3 ਦੁਨੀਆ ਖਾਂਦੀ ਹੈ, ਭਾਰਤ ਨੂੰ ਛੱਡ ਕੇ ਬਾਕੀ ਸਾਰੇ ਖਾਂਦੇ ਹੀ ਹੈ। ਉਹ ਭਾਈ ਖਾਣ ਆਏ ਤਾਂ ਜਿਹੜੀ ਮਦਰ ਟਰੀਜ਼ਾ ਸੀਗੀ ਨੋਬਲ ਪ੍ਰਾਈਜ਼ ਵਿਨਰ ਹੈ, ਉਹ ਸਲਮ ਏਰੀਆ ਜਿੰਨੇ ਵੀ ਕਲਕੱਤਾ ਵਗੈਰਾ ਜਾਂ ਦੁਨੀਆ ਦੇ ਵਿੱਚ ਉਹਨੇ ਬੜੀ ਸੇਵਾ ਵੀ ਕਰੀ ਹੈ, ਉਹ ਮੀਟ ਖਾਂਦੀ ਸੀਗੀ। ਹੁਣ ਇਹ ਜਿਹੜਾ ਮੀਟ ਖਾਣਾ ਗੁਰਮਤ ਦੇ ਹਿਸਾਬ ਨਾਲ ਤਾਂ ਠੀਕ ਨਹੀਂ ਹੈ, ਕਿਉਂਕਿ ਜਿਹੜਾ ਬੰਦੇ ਨੂੰ ਲੋੜ ਹੀ ਨਹੀਂ ਹੈ ਉਹ ਫਿਰ ਉਹਨੂੰ ਵਰਤੇ, ਰਸ ਬਣਾ ਕੇ ਵਰਤੇ, ਉਹ ਬਿਲਕੁਲ ਅਲਾਉਡ ਨਹੀਂ ਹੈ। ਰਸ ਨਹੀਂ ਬਣਾਉਣਾ ਹੈ,
ਕਿਤੇ ਮਜਬੂਰੀ ਬਸ ਖਾਣਾ ਵੀ ਪੈ ਗਿਆ ਤਾਂ ਐਂ ਵੀ ਨਹੀਂ ਹਾਏ ਰੱਬਾ ਮੇਰੇ ਤੇ ਮੈਂ ਪਾਪੀ ਬਣ ਗਿਆ, ਐਕਣ ਦੀ ਗੱਲ ਵੀ ਹੈ ਨਹੀਂ ਕਰਨਾ ਚਾਹੀਦਾ ਐਕਣ ਵੀ। ਤੋ ਜਿਹੋ ਜਿਹਾ ਸਮਾਂ ਜਿੱਥੇ ਦਾ ਹੈ ਜਿਵੇਂ ਵੀ ਹੈ ਠੀਕ ਹੈ ਉਸ ਤਰ੍ਹਾਂ ਚੱਲਦਾ ਹੈ। ਤੋ ਇਹ ਹੈ ਮੀਟ ਦਾ ਜਿਹੜਾ ਖਾਣ ਦਾ ਪ੍ਰਸੰਗ ਹੈ ਗੁਰਬਾਣੀ ਵਿੱਚ ਆਉਂਦਾ ਹੈ ਜਾਂ ਸਾਇੰਸ ਦੇ ਮੁਤਾਬਕ ਐਕਸਪਲੇਨ ਕਰੀਏ। ਬੁੱਧੀ ਛੋਟੀ ਹੈ, ਗੁਰਮਤ ਗੁਰਬਾਣੀ ਬਹੁਤ ਉੱਚੀ ਔਰ ਬਹੁਤ ਬੜੀ ਹੈ। ਉਹ ਸਭ ਫਲਸਫੇ ਨੂੰ ਸਮਝਣਾ ਸਾਡੇ ਵਾਸ ਦੀ ਗੱਲ ਨਹੀਂ। ਜਿੰਨੀ ਕੁ ਸਮਝ ਦਿੱਤੀ ਹੈ ਦਾਤੇ ਨੇ ਉਨੀ ਕੁ ਆਪ ਜੀ ਨਾਲ ਗੱਲ ਕਰੀਏ, ਕਿੰਨੀ ਸਹੀ ਹੈ ਕਿੰਨੀ ਨਹੀਂ ਸਹੀ ਹੈ ਇਹ ਤੁਸੀਂ ਸੰਗਤ ਜੀ ਆਪ ਫੈਸਲਾ ਕਰ ਲਿਓ, ਪਰ ਜੋ ਸਮਝ ਆਈ ਹੈ ਉਹ ਆਪ ਜੀ ਨਾਲ ਡਿਸਕਸ਼ਨ ਕਰੀਏ। ਬਹੁਤ ਖੂਬ। ਹਾਂਜੀ, ਇਹ ਸਨ ਡਾਕਟਰ ਸੋਹਣ ਸਿੰਘ ਪਪਰਾਲੀ, ਜਿਨ੍ਹਾਂ ਨੇ ਜਿਹੜਾ ਹੈ ਦੱਸਿਆ ਕਿ ਕਿਵੇਂ ਜਿਹੜੇ ਸਾਇੰਸ ਦੇ ਤਰੀਕੇ ਦੇ ਨਾਲ ਕਿ ਜਿਹੜਾ ਹੈ ਇਨਸਾਨ ਹੈ ਉਹਨੂੰ ਉਹਦੀਆਂ ਫੀਲਿੰਗਸ ਜਿਹੜੀਆਂ ਹੈ ਕਿੰਨੀਆਂ ਸਟਰੋਂਗ ਨੇ, ਬਜਾਏ ਇਹਦੇ ਕਿ ਸਾਗ ਅਤੇ ਫਲ ਆਦਿ ਜਿਹਨੂੰ ਜਿਹੜੇ ਜਦੋਂ ਕੋਈ ਮਾਰਦਾ ਆ ਜਾਂ ਉਹਨਾਂ ਨੂੰ ਕੱਟਦਾ ਵੱਢਦਾ ਆ ਅਤੇ ਉਹਨਾਂ ਨੂੰ ਕਿੰਨਾ ਦੁੱਖ ਹੁੰਦਾ ਜਿਹਦੇ ਨਾਲ। ਅਤੇ ਇਨਸਾਨ ਦੀ ਜਿਹੜੀ ਹੈ, ਇਨਸਾਨ ਦੀ ਆਪਣੀ ਖੁਰਾਕ ਹੈ, ਜਾਨਵਰਾਂ ਦੀ ਆਪਣੀ ਖੁਰਾਕ ਹੈ, ਅਤੇ ਅਗਰ ਇਨਸਾਨ ਦੂਸਰਿਆਂ ਦੀ ਜਿਹੜੀ ਹੈ ਖੁਰਾਕ ਉੱਤੇ ਜਿਹੜਾ ਹੈ ਉਹਨੂੰ ਵਰਤਦਾ ਹੈ ਅਤੇ ਇੱਕ ਕਿਸਮ ਦਾ ਉਹਨਾਂ ਦਾ ਹੱਕ ਵੀ ਮਾਰਦਾ ਹੈ। ਅਤੇ ਉਹਨਾਂ ਨੇ ਮੀਟਿੰਗ ਦੇ ਸ਼ੁਰੂ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਕਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਦੇ ਸਿੰਘ ਜਿਹੜੇ ਸਨ ਉਹਨਾਂ ਨੇ ਜਿਹੜਾ ਹੈ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਹੈ ਮਾਸ ਖਾਣਾ ਪਿਆ, ਕਿਉਂਕਿ ਅੰਦਰ ਜਿੰਦਾ ਰਹਿਣ ਦੇ ਲਈ ਕੁਛ ਨਾ ਕੁਛ ਤਾਂ ਖਾਣਾ ਸੀ, ਬਾਹਰੋਂ ਕੁਛ ਆ ਨਹੀਂ ਸੀ ਸਕਦਾ। ਪਰ ਆਮ ਹਾਲਤ ਦੇ ਵਿੱਚ ਇੱਕ ਸਿੱਖ ਦੇ ਲਈ ਖਾਣ ਲਈ ਬਹੁਤ ਕੁਛ ਹੈ, ਅਤੇ ਕੋਸ਼ਿਸ਼ ਕਰੀਏ ਕਿ ਗੁਰੂ ਦੇ ਦੱਸੇ ਸਿਧਾਂਤ 'ਤੇ ਚੱਲ ਸਕੀਏ। ਬਾਕੀ ਮਰਜ਼ੀ ਹਰ ਦੀ ਆਪੋ ਆਪਣੀ ਹੈ, ਕੋਈ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਤੂੰ ਇੰਝ ਹੀ ਕਰ। ਅਤੇ ਧਰਮ ਜਿਹੜਾ ਹੈ ਬਹੁਤ ਹੀ ਪਰਸਨਲ ਮੈਟਰ ਹੈ, ਜਿੰਨਾ ਕਿਸੇ ਨੇ ਫੋਲੋ ਕਰਨਾ ਹੈ ਓਨਾ ਹੀ, ਜਿੰਨਾ ਗੁੜ ਪਾਉਣਾ ਹੈ ਕਹਿੰਦੇ ਓਨਾ ਹੀ ਮਿੱਠਾ ਹੁੰਦਾ ਹੈ। ਅਤੇ ਜੇ ਕੋਈ ਖਾਂਦਾ ਹੈ ਠੀਕ ਹੈ, ਉਹਨੂੰ ਵੀ ਗੁੱਸਾ ਨਹੀਂ ਕਰਨਾ ਚਾਹੀਦਾ। ਉਹ ਜਦੋਂ ਵਾਹਿਗੁਰੂ ਨੇ ਸਮਝ ਦਿੱਤੀ ਜਾਂ ਉਹਨੂੰ ਸਮਝ ਆਇਆ, ਜਾਂ ਕਈ ਵਾਰੀ ਅਸੀਂ ਸੇਮ ਹੀ ਜਿਹੜੀ ਗੁਰਬਾਣੀ ਹੈ ਜਾਂ ਉਹੀ ਚੀਜ਼ ਕਈ ਵਾਰੀ ਪੜ੍ਹਦੇ ਰਹਿੰਦੇ ਹਾਂ, ਅਤੇ ਕਈ ਵਾਰੀ ਉਹਦੇ ਜਿਹੜੇ ਹੈ ਅਰਥ ਜਿਹੜੇ ਹੈ ਕਿਸੇ ਖਾਸ ਸਮੇਂ ਦੇ ਉੱਤੇ ਹੀ ਦਿਮਾਗ ਦੇ ਵਿੱਚ ਪੈਂਦੇ ਨੇ। ਅਤੇ ਵਾਹਿਗੁਰੂ ਸਾਰਿਆਂ 'ਤੇ ਚੜ੍ਹਦੀ ਕਲਾ ਬਖਸ਼ੇ। ਅਤੇ ਇੱਥੇ ਹੀ ਇਹ ਜਿਹੜਾ ਵਿਸ਼ਾ ਹੈ ਅਸੀਂ ਇਹਨੂੰ ਅੱਜ ਸੰਪੂਰਨ ਕੀਤਾ ਹੈ, ਅਤੇ ਇਸ ਕਿਤਾਬ ਦੇ ਜਿੰਨੇ ਵੀ ਜਿਹੜਾ ਹੈ ਮੈਟਰ ਹੈ ਅਸੀਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਬਹੁਤ ਹੀ ਜਾਣਕਾਰੀ ਭਰਪੂਰ ਕਿਤਾਬ ਹੈ, ਜਿਹਦਾ ਨਾਂ ਹੈ ਸਿੱਖ ਸਿਧਾਂਤ, ਇਕਬਾਲ ਸਿੰਘ ਬਾਬਾ, ਗੁਰਦੁਆਰਾ ਬੜੂ ਸਾਹਿਬ ਵਾਲੇ। ਅਤੇ ਇਹ ਸਾਰੇ ਦੇ ਸਾਰਾ ਜਿਹੜਾ ਮੈਟਰ ਹੈ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਹੈ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਅਤੇ ਇਸ ਦੀ ਰਿਕਾਰਡਿੰਗ ਜਿਹੜੀ ਹੈ ਸਾਡੇ ਪ੍ਰੋਗਰਾਮਾਂ ਦੀ ਰਿਕਾਰਡਿੰਗ ਦੇ ਵਿੱਚ ਜਿਹੜੀ ਹੈ ਹਰੇਕ ਹਫ਼ਤੇ ਦੇ ਜਿਹੜੇ ਪ੍ਰੋਗਰਾਮ ਨੇ YouTube 'ਤੇ ਉਹਦੇ ਵਿੱਚ ਹੈ। ਜੇ ਕਿਸੇ ਨੇ ਹੋਰ ਵੀ ਜਿਹੜੇ ਵੱਖਰੇ ਵੱਖਰੇ ਟੌਪਿਕਸ ਦੇ ਉੱਤੇ ਜਿਹੜਾ ਹੈ ਕੁਛ ਸੁਣਨਾ ਹੋਵੇ ਅਤੇ ਉਹ ਸਿੱਖ ਵਿਰਸਾ ਪ੍ਰੋਗਰਾਮ ਜਿਹੜਾ ਹੈ YouTube ਦੇ ਉੱਤੇ ਸਰਚ ਕਰਕੇ ਅਤੇ ਸੁਣਿਆ ਜਾ ਸਕਦਾ ਹੈ। ਇੱਥੇ ਹੀ ਅਸੀਂ ਆਪ ਤੋਂ ਇਜਾਜ਼ਤ ਲੈਂਦੇ ਹਾਂ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਆਪਣਾ ਖਿਆਲ ਰੱਖਣਾ, ਰੱਬ ਰੱਖਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸਕਾ ਚੇਰਾ, ਓ ਸਾਹਿਬ ਮੈਂ ਉਸਕਾ ਚੇਰਾ। ਓ ਸਾਹਿਬ ਮੈਂ ਉਸਕਾ ਚੇਰਾ, ਓ ਸਾਹਿਬ ਮੈਂ ਉਸਕਾ ਚੇਰਾ, ਓ ਸਾਹਿਬ ਮੈਂ ਉਸਕਾ ਚੇਰਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸਕਾ ਚੇਰਾ। ਰਤ ਬਿਨਾ ਨ ਸਿੱਖ ਕਹਾਵੈ,
ਰਤ ਬਿਨਾ ਦਰ ਚੋਟਾਂ ਖਾਵੇ ਰਤ ਬਿਨਾ ਨ ਸਿੱਖ ਕਹਾਵੇ ਰਤ ਬਿਨਾ ਦਰ ਚੋਟਾਂ ਖਾਵੇ ਰਤ ਬਿਨਾ ਦਰ ਚੋਟਾਂ ਖਾਵੇ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਤੇਰਾ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਤੇਰਾ ਰਤ ਬਿਨਾ ਸੁਖ ਕਬਹੂ ਨਾ ਲਹੇ ਤਾਂ ਤੇ ਰਹਿਤ ਸੁਦ੍ਰਿੜ ਕਰ ਰਹੈ ਰਤ ਬਿਨਾ ਸੁਖ ਕਬਹੂ ਨਾ ਲਹੇ ਤਾਂ ਤੇ ਰਹਿਤ ਸੁਦ੍ਰਿੜ ਕਰ ਰਹੈ ਰਹਿਤ ਸੁਦ੍ਰਿੜ ਕਰ ਰਹੈ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਤੇਰਾ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਤੇਰਾ ਖਾਲਸਾ ਖਾਸ ਕਹਾਵੇ ਸੋਈ ਜਾਂ ਕਹਿ ਹਿਰਦੇ ਪਰਮ ਨਾ ਹੋਈ ਖਾਲਸਾ ਖਾਸ ਕਹਾਵੇ ਸੋਈ ਜਾਂ ਕਹਿ ਹਿਰਦੇ ਪਰਮ ਨਾ ਹੋਈ ਜਾਂ ਕਹਿ ਹਿਰਦੇ ਪਰਮ ਨਾ ਹੋਈ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਤੇਰਾ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਤੇਰਾ ਪਰਮ ਭੇਖ ਤੇ ਰਹਿ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ ਪਰਮ ਭੇਖ ਤੇ ਰਹਿ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ ਸੋ ਖਾਲਸ ਸਤਿਗੁਰੂ ਹਮਾਰਾ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਤੇਰਾ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਤੇਰਾ ਖਾਲਸਾ ਸੋਏ ਜੋ ਨਿੰਦਾ ਤਿਆਗੈ ਖਾਲਸਾ ਸੋਏ ਲੜ ਹਵੈ ਆਗੈ ਖਾਲਸਾ ਸੋਏ ਜੋ ਨਿੰਦਾ ਤਿਆਗੈ ਖਾਲਸਾ ਸੋਏ ਲੜ ਹਵੈ ਆਗੈ
फल ससो पर दृष्ट त्यागै, फल ससोए नाम रत लागै। फल ससो पर दृष्ट त्यागै, फल ससोए नाम रत लागै। फल ससोए नाम रत लागै। रहनी रहै सोई सिख मेरा, ओ साहिब मैं उसका तेरा। रहनी रहै सोई सिख मेरा, ओ साहिब मैं उसका तेरा। फल ससोए गुरु हित लावै, फल ससोए सार मोह खावै। फल ससोए गुरु हित लावै, फल ससोए सार मोह खावै। फल ससोए सार मोह खावै। रहनी रहै सोई सिख मेरा, ओ साहिब मैं उसका तेरा। रहनी रहै सोई सिख मेरा, ओ साहिब मैं उसका तेरा। फल ससो निर्धन को पालै, फल ससोए दुष्ट को गालै। फल ससो निर्धन को पालै, फल ससोए दुष्ट को गालै। फल ससोए दुष्ट को गालै। रहनी रहै सोई सिख मेरा, ओ साहिब मैं उसका तेरा। रहनी रहै सोई सिख मेरा, ओ साहिब मैं उसका तेरा। फल ससोए जो चढ़ै तुरंग, फल ससोए करै नित जंग। फल ससोए जो चढ़ै तुरंग, फल ससोए करै नित जंग। फल ससोए करै नित जंग। रहनी रहै सोई सिख मेरा, ओ साहिब मैं उसका तेरा। रहनी रहै सोई सिख मेरा, ओ साहिब मैं उसका तेरा। ओ साहिब मैं उसका तेरा, ओ साहिब मैं उसका तेरा।